ਹਾਈ ਫਿਊਚਰ ਬਰਡਸ ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 12th ਬਾਇਓਲੋਜੀ ਦਾ ਯੂਨਿਟ 1 ਦਾ ਸੈਕਿੰਡ ਚੈਪਟਰ ਵਿਚ ਇਜ਼ ਸੈਕਸ਼ੂਅਲ ਰਿਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ। ਐਕਚੁਅਲੀ ਤੁਹਾਡਾ ਫਰਸਟ ਚੈਪਟਰ ਹੈ। ਅਸਾਈਨਮੈਂਟ ਥੋੜ੍ਹੀ ਜਿਹੀ ਪੁਰਾਣੀ ਹੈ ਲੇਕਿਨ ਕੰਟੈਂਟ ਤੁਹਾਨੂੰ ਫਰੈਸ਼ ਹੀ ਮਿਲੇਗਾ, ਟੈਨਸ਼ਨ ਵਾਲੀ ਗੱਲ ਨਹੀਂ ਹੈ। ਸਟਾਰਟ ਕਰਦੇ ਹਾਂ। ਸੋ flower of a plant is the main reproductive organ in most of the angiosperms। angiosperms ਪਤਾ ਹੈ ਰਾਈਟ, ਆਪਾਂ 11th ਕਲਾਸ 'ਚ ਡਿਸਕਸ ਕਰਦੇ ਹੁੰਦੇ ਹਾਂ ਪਲਾਂਟਸ ਜਿਹੜੇ ਹੁੰਦੇ ਆ ਕਿਹੜੀ ਉਹਦੇ ਹੁੰਦੇ ਆ। ਪਲਾਂਟ ਇਜ਼ ਅ ਫਾਈਲਮ ਰਾਈਟ, ਉਹਦੇ ਅੰਦਰ ਕਿਹੜੀ ਡਿਵੀਜ਼ਨਸ ਹੁੰਦੀਆਂ ਆਪਣੇ ਕੋਲ, ਕਿਹੜੀ ਇੱਕ ਤਾਂ ਆਪਣੇ ਕੋਲ ਹੁੰਦੇ ਆ ਬ੍ਰਾਇਓਫਾਈਟਸ ਹੁੰਦੇ ਆ, ਟੈਰੀਡੋਫਾਈਟਸ ਹੁੰਦੇ ਆ, ਜਿਮਨੋਸਪਰਮਸ ਹੁੰਦੇ, ਐਂਜੀਓਸਪਰਮਸ ਹੁੰਦੇ, ਐਲਗੀ ਹੁੰਦੀ ਹੈ ਰਾਈਟ। ਆਪਾਂ ਡਿਸਕਸ ਕਰ ਰਹੇ ਐਂਜੀਓਸਪਰਮਸ ਦੀ। ਇਹਨਾਂ ਚਾਰਾਂ ਦੀ ਤਾਂ ਤੁਸੀਂ ਪੜ੍ਹ ਕੇ ਆਏ ਹੋ 11th ਦੇ ਵਿੱਚ। ਐਂਜੀਓਸਪਰਮ ਦੇ ਵਿੱਚ ਰਿਪਰੋਡਕਸ਼ਨ ਆਪਾਂ ਹੁਣ ਪੜ੍ਹਨੀ ਹੈ। ਸਟਾਰਟ ਕਰਦੇ ਹਾਂ। ਸੋ ਰਿਪਰੋਡਕਸ਼ਨ ਆਪਾਂ ਐਂਜੀਓਸਪਰਮਸ ਦੀ ਗੱਲ ਕਰੀਏ, ਐਂਜੀਓਸਪਰਮਿਕ ਜਿਹੜੇ ਪਲਾਂਟਸ ਹੈ ਉਹਨਾਂ ਦੇ ਵਿੱਚ ਫਲਾਰ ਦੇ ਅੰਦਰ ਹੁੰਦੀ ਹੈ। ਇਟ ਇਜ਼ ਅ ਮੋਡੀਫਾਈਡ ਸ਼ੂਟ। ਤੁਹਾਡੀ ਜੋ ਸ਼ੂਟ ਹੁੰਦੀ ਹੈ ਨਾ ਉੱਪਰ ਵਾਲੀ, ਦੇਖੋ ਨੀਚੇ ਰੂਟ ਹੁੰਦੀ ਹੈ, ਉੱਪਰ ਹੁੰਦੀ ਹੈ ਸ਼ੂਟ। ਇਹ ਸ਼ੂਟ ਹੀ ਮੋਡੀਫਾਈ ਹੋ ਕੇ ਫਲਾਰ ਬਣਾਉਂਦੀ ਹੈ। ਠੀਕ ਹੈ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਪਾਰਟਸ ਤੋਂ, ਕਿਹੜੇ ਪਾਰਟਸ ਜਿਹੜੇ ਨੇ ਰਿਪਰੋਡਕਟਿਵ ਔਰਗਨਸ ਹੈ ਆਪਣੇ ਫਲਾਰ ਦੇ ਅੰਦਰ। ਸੋ what do we need for reproduction? एक मेल पार्ट, एक फीमेल पार्ट। मैंने उल्टा लिखता, दिस इज द मेल पार्ट, दिस इज द फीमेल पार्ट राइट। स्टेमन इज द मेल रिप्रोडक्टिव ऑर्गन ਜਿਹਨੂੰ ਆਪਾਂ ਮਾਈਕਰੋਸਪੋਰੋਫਿਲ ਆਫ ਫਲਾਰ ਕਹਿ ਸਕਦੇ ਹਾਂ। ਅਗਰ ਇਹ ਫੀਮੇਲ ਦਾ ਹੋਏਗਾ ਤਾਂ ਉੱਥੇ ਕੀ ਆਏਗਾ, ਮੈਗਾਸਪੋਰੋਫਿਲ। ਇਟ ਕੰਸਿਸਟ ਆਫ ਟੂ ਪਾਰਟਸ। ਸਟੇਮਨ ਜਿਹੜਾ ਹੁੰਦਾ ਦੋ ਪਾਰਟਸ ਦੇ ਵਿੱਚ ਡਿਵਾਈਡਡ ਹੁੰਦਾ ਹੈ। ਇੱਕ ਹੁੰਦੀ ਹੈ ਫਿਲਾਮੈਂਟ ਵਿਚ ਇਜ਼ ਅ ਲੌਂਗ ਸਲੈਂਡਰ ਸਟॉक, ਸਟॉक यानी डंडी। इट इज़ अटैच्ड ਪ੍ਰੋਗਜ਼ੀਮਲੀ ਟੂ ਥੈਲੇਮਸ, ਯਾਨੀ ਨੀਚੇ ਜੋ ਹੈ ਇਹਦੇ ਜਿੱਥੇ ਅਟੈਚਡ ਹੈ ਉਹ ਕੀ ਹੁੰਦਾ ਹੈ, ਥੈਲੇਮਸ ਹੁੰਦਾ ਹੈ। ਥੈਲੇਮਸ ਵੀ ਹੋ ਸਕਦਾ ਹੈ, ਪੈਟਲ 'ਤੇ ਵੀ ਅਟੈਚ ਹੋ ਸਕਦਾ, ਟੈਪਲ 'ਤੇ ਵੀ ਹੋ ਸਕਦਾ। ਟੈਪਲ ਕੀ ਹੁੰਦੀ ਹੈ, 11th ਕਲਾਸ 'ਚ ਪੜ੍ਹਿਆ ਹੋਏਗਾ ਮੋਰਫੋਲੋਜੀ ਆਫ ਫਲਾਵਰਿੰਗ ਪਲਾਂਟਸ ਦੇ ਵਿੱਚ। ਟੈਪਲ ਕੀ ਹੁੰਦੀ ਹੈ, ਟੈਲ ਮੀ ਇਨ ਦ ਕਮੈਂਟ ਬਾਕਸ, ਤੁਹਾਡਾ ਹੋਮਵਰਕ ਹੈ। ਔਰ ਟਰਮੀਨਲ ਦੇ ਉੱਤੇ ਐਂਥਰ ਹੁੰਦਾ। ਟਰਮੀਨਲ ਯਾਨੀ ਕਿ ਨੀਚੇ ਥੈਲੇਮਸ, ਪੈਟਲ ਜਾਂ ਟੈਪਲ ਹੋ ਸਕਦੀ ਹੈ, ਟਰਮੀਨਲ 'ਤੇ ਇੱਦਾਂ ਐਂਥਰ ਹੁੰਦਾ। ਹੁਣ ਆਪਾਂ ਐਂਥਰ ਦੀ ਗੱਲ ਕਰੀਏ ਡਿਟੇਲ 'ਚ, ਅਗਰ ਐਂਥਰ ਜੋ ਹੈ ਇੱਕ ਬਰੋਡਰ ਨੋਬ ਹੈ, ਚੌੜਾ ਇੱਕ ਇੱਦਾਂ ਦਾ ਹਿੱਸਾ ਹੈ, ਲਾਈਕ ਅ ਫਰਟਾਈਲ ਪਾਰਟ ਆਫ ਸਟੇਮਨ। ਇੱਥੇ ਹੀ ਸਾਰੀ ਫਰਟੀਲਾਈਜੇਸ਼ਨ ਤਾਂ ਨਹੀਂ ਹੋਏਗੀ ਲੇਕਿਨ ਦਿਸ ਇਜ਼ ਦ ਫਰਟਾਈਲ ਪਾਰਟ ਜੋ ਅੱਗੇ ਜਾ ਕੇ ਪਤਾ ਲੱਗ ਜਾਏਗਾ, ਪ੍ਰੋਸੈਸ ਡਿਸਕਸ ਕਰਾਂਗੇ ਤਾਂ। ਇਟ ਕੰਸਿਸਟ ਆਫ ਜਨਰਲੀ ਬਾਈਲੋਬਡ, ਆ ਦੇਖੋ ਦਿਖ ਰਿਹਾ, ਆ ਇੱਕ ਲੋਬ ਹੋ ਗਈ, ਆਈ ਦੀ ਦੂਸਰੀ ਲੋਬ। ਜਨਰਲੀ ਦੋ ਹੀ ਲੋਬਸ ਹੁੰਦੀਆਂ ਨੇ। ਟੂ ਅਨਦਰ ਲੋਬਸ ਆਰ ਸੈਪਰੇਟਡ ਇਨ ਦ two anther lobes are separated in the anterior region by a deep groove but are attached to each other on the back side by sterile parenchymatous tissue called connective। ਮੇਨ ਇੰਨਾ ਸੋਚਣ ਦੀ ਲੋੜ ਨਹੀਂ ਹੈ। ਜੋ ਤੁਹਾਡੇ ਕੰਮ ਦੀ ਗੱਲ ਹੈ ਉਹ ਇਹ ਕਿ ਜਿਹੜੀ ਦੋ ਆਪਣੀ ਇੱਦਾਂ ਬਾਈਲੋਬਸ ਹੁੰਦੀਆਂ ਨੇ, ਯਾਨੀ ਕਿ ਜਿਹੜੀ ਦੋ ਲੋਬਸ ਹੈ ਆਪਣੇ ਐਂਥਰ ਦੀਆਂ, ਇਹ ਦੋਨੋਂ ਇੱਕ ਦੂਜੇ ਨਾਲ ਕਨੈਕਟਡ ਹੈ। ਇੱਕ ਤਾਂ ਇਹਨਾਂ ਦੇ ਵਿੱਚ ਇੱਕ ਡੀਪ ਗਰੂਵ ਹੈ, ਯਾਨੀ ਇਹਨਾਂ ਦੇ ਵਿੱਚ ਖਾਲੀ ਜਗ੍ਹਾ ਹੈ। ਸਮਝ ਪਾ ਰਹੇ ਹੋ, ਲੈਟਸ ਇਹਦੇ ਅੰਦਰ ਇੱਕ ਗਲਾਸ ਹੋਵੇ, ਇਹਦੇ ਅੰਦਰ ਐਵੇਂ ਇੱਕ ਡੀਪ ਗਰੂਵ ਖਾਲੀ ਜਗ੍ਹਾ ਇਹਦੇ ਅੰਦਰ ਐਂਥਰ ਦੇ ਅੰਦਰਲੀ ਸਾਈਡ। ਠੀਕ ਹੈ, ਔਰ ਬਾਕੀ ਆਪਸ 'ਚ ਕਿਵੇਂ ਕਨੈਕਟਡ ਹੈ, ਇੱਥੇ ਕਨੈਕਟਿਵ ਟਿਸ਼ੂ ਦੇ ਨਾਲ। ਕਨੈਕਟਿਵ ਟਿਸ਼ੂ ਕੋਲ ਵੈਸਕੂਲਰ ਸਟ੍ਰੈਂਡ ਹੁੰਦੇ, ਇਹਨਾਂ ਥੋੜ੍ਹੇ ਸਿਲੇਬਸ 'ਚ ਨਹੀਂ ਹੈ, ਇਹਨਾਂ ਡਿਟੇਲ 'ਚ ਆਪਾਂ ਨਹੀਂ ਜਾਣਾ। ਆਪਾਂ ਨੂੰ ਪਤਾ ਹੋਣਾ ਚਾਹੀਦਾ ਸਟੇਮਨ ਹੁੰਦੇ ਆ, ਆਪਾਂ ਡਿਸਕਸ ਕਰਾਂਗੇ। ਬਸ ਮੇਨ ਇੰਨੇ ਇਸ ਡਾਇਗਰਾਮ 'ਚ ਇਹ ਸਮਝਣਾ ਹੈ, ਦਿਸ ਇਜ਼ ਫਿਲਾਮੈਂਟ, ਦਿਸ ਇਜ਼ ਅਵਰ ਐਂਥਰ। ਐਂਥਰ ਦਾ ਸਟਰਕਚਰ ਹੁਣ ਆਪਾਂ ਐਕਚੁਅਲ ਡਿਟੇਲ 'ਚ ਡਿਸਕਸ ਕਰਦੇ ਹਾਂ, ਜੋ ਆਪਾਂ ਉੱਪਰ ਮਾਈਕਰੋਸਪੋਰਸ ਆਪ ਡਿਸਕਸ ਕਰਾਂਗੇ। ਸੋ ਇਟ ਇਜ਼ ਅ ਬਾਈਲੋਬਡ ਟੈਟਰਾਗੋਨਲ oblong knob like fertile part of stamen। ਇਹਦਾ ਮਤਲਬ ਕੀ ਹੈ, ਮੇਰੇ ਕੋਲ ਇੱਦਾਂ ਦੋ ਲੋਬਸ ਹੈ ਯਾਨੀ ਕਿ ਬਾਈਲੋਬਡ ਟੈਟਰਾਗੋਨਲ, ਕਿਉਂਕਿ ਇਹਦੇ ਅੰਦਰ ਚਾਰ ਜਿਹੜੇ ਨੇ, ਦੋ ਇੱਧਰ ਦੋ ਇੱਧਰ, ਕੀ ਹੁੰਦੇ ਆ, ਚੇਂਬਰਸ ਹੁੰਦੇ ਆ। ਈਚ ਐਂਥਰ ਲੋਬ ਹੈਜ਼ ਟੂ ਚੇਂਬਰਸ। ਇਹ ਜਿਹੜੇ ਚੇਂਬਰਸ ਹੁੰਦੇ ਆ ਇਹ ਲੌਂਗ ਔਰ ਸਿਲੈਂਡਰੀਕਲ ਹੈ, ਔਰ ਇਹਨਾਂ ਨੂੰ ਆਪਾਂ ਪੋਲਨ ਸੈਕ ਵੀ ਕਹਿ ਸਕਦੇ ਹਾਂ ਜਾਂ ਮਾਈਕਰੋਸਪੋਰੈਂਜੀਅਮ ਵੀ ਕਹਿ ਸਕਦੇ ਹਾਂ। ਸੋ ਇੱਕ ਬਾਈਲੋਬਡ ਐਂਥਰ ਜੋ ਹੈ ਉਹ ਟੈਟਰਾਸਪੋਰੈਂਜੀਏਟ ਹੁੰਦਾ ਹੈ। ਬਾਈਲੋਬਡ ਯਾਨੀ ਦੋ ਲੋਬ ਵਾਲਾ ਐਂਥਰ ਹੈ, ਇਹਦੇ ਅੰਦਰ ਕਿੰਨੇ ਮਾਈਕਰੋਸਪੋਰੈਂਜੀਅਮ ਹੈ, ਚਾਰ, ਯਾਨੀ ਕਿ ਟੈਟਰਾਸਪੋਰੈਂਜੀਏਟ ਹੈ। ਦ ਫੋਰ ਮਾਈਕਰੋਸਪੋਰੈਂਜੀਆ ਆਫ ਦ ਐਂਥਰ ਲਾਈ ਐਟ ਇਟਸ ਫੋਰ ਕਾਰਨਰਸ, ਚਾਰੋਂ ਕਾਰਨਰ 'ਤੇ ਲਾਈ ਕਰ ਰਹੇ, ਦੇ ਰਨ ਪੈਰਲਲ ਟੂ ਵਨ ਅਨਦਰ। ਐਕਚੁਅਲੀ ਆਪਾਂ ਅਗਰ ਇਹਨੂੰ ਸਮਝੀਏ ਨਾ ਤਾਂ ਇੱਕ ਇੱਦਾਂ ਹੈ, ਇੱਕ ਇੱਦਾਂ ਹੈ, ਤਾਂ ਇਹਦੇ ਲਾਈਕ ਸਾਹਮਣੇ ਹੀ ਆਪਾਂ ਕਹਿ ਸਕਦੇ ਇੱਦਾਂ ਪੈਰਲਲ ਚੱਲ ਰਹੇ ਨੇ, ਸਾਹਮਣੇ ਸਮਝ ਰਹੇ। ਮੈਂ ਐਕਚੁਅਲੀ 3D ਚੀਜ਼ ਨੂੰ 2D 'ਚ ਕਿਵੇਂ ਸਮਝਾਵਾਂ, ਅਗਰ ਇਹ ਲੈਕਚਰ ਮੈਂ ਕੈਮਰਾ ਨਾਲ ਰਿਕਾਰਡ ਕਰਦੀ ਹਾਂ ਮੈਂ ਤੁਹਾਨੂੰ ਬੈਟਰ ਸਮਝਾ ਪਾਉਂਦੀ। all microsporangia are covered by well defined common epidermis। other layers are endothelium, middle layer and tapetum। ਐਕਚੁਅਲੀ ਹੁੰਦਾ ਕੀ ਹੈ, ਫॉर एग्जांपल ਮੈਂ ਇੱਕ ਚੱਕ ਲੈਂਦੇ, ਇੱਕ ਮਾਈਕਰੋਸਪੋਰੈਂਜੀਅਮ ਲੈ ਲਿਆ, ਇਹਦੇ ਆਲੇ ਦੁਆਲੇ ਕੁਛ ਲੇਅਰਸ ਹੁੰਦੀ ਹੈ, ਕਿਹੜੀ ਐਂਡੋਥੀਸ਼ੀਅਮ, ਮਿਡਲ ਲੇਅਰ, ਫਿਰ ਹੁੰਦੀ ਹੈ ਟੇਪੇਟਮ, ਔਰ ਫਿਰ ਹੁੰਦੀ ਹੈ ਐਪੀਡਰਮਿਸ।
कवरिंग इज एपिडर्मिस, एंडोथीशियम बिल्कुल अंदर आ गई, मिडल लेयर विचाले होगी, और टेपिटम आप गल करांगे न्यूट्रीटिव लेयर होंगी है, ठीक है। और लाइन ऑफ डेहिसेंस होंगी जितों एंथर फटदा है, जितों पोलन ग्रेन्स जो है पोलन सैक चो रिलीज होंगे है। द लाइन ऑफ डेहिसेंस इज जिस पॉइंट तो एंथर फटदा है। माइक्रोस्पोरेंजियम हुणे गल कीती सी, माइक्रोस्पोरेंजियम या फ्यूचर का जो पोलन सैक होंगे थैली जिहदे विच पोलन भरे जाएंगे। अगर आप इनू इदा कट्टे देखो, वैसे ट्यूब तरह सिलेंड्रिकल है, लेकिन जे मैं उपरों कट्टा इदा कैंची ने काटता तो उपरों मैंने सर्कुलर दिखेगा ना। सो इट इज सर्कुलर इन ट्रांसवर्स सेक्शन। इट कंजिस्ट ऑफ टू पार्ट्स, आउटर वॉल और सेंट्रल होमोजेनस स्पोरोजेनस टिश्यू। बाहर तो दीवार हैगियां ने, अंदर ये अंदर सैल्स, बहुत सारे सैल्स मिलकर एक स्पोरोजेनस टिश्यू बनाया हुआ है। माइक्रोस्पोरेंजिया के कोल 4 वॉल्स होंगी, एपिडर्मिस, एंडोथीशियम, मिडल लेयर ते टेपिटम, जो आप डिस्कस कर चुके हैं। आउटर 3 लेयर्स का काम है प्रोटेक्शन दे विच यंग एंथर दी मैकेनिज्म ऑफ एक तो प्रोटेक्शन करनी है, और जो डेहिसेंस होनी है उस टाइम भी इसका रोल होंगे। एंथर जो यंग है तो अंदर स्पोरोजेनस टिश्यू होंगे, कंपैक्टली अरेंजड होमोजेनस यानी एक तरह दिखने वाले सैल होंगे है, हर माइक्रोस्पोरेंजियम के सेंटर के पे होंगे हैं, ठीक है। आ सीगी एक्चुअल डायग्राम। अगर मैं एक्चुअल लेयर्स दिखावा, मैं तुहानूं नाम दस्सण लई दिखाए सीगे। एक्चुअल लेयर्स एक्चुअली एपिडर्मिस सब तो बाहर होंदी है, उस तो बाद होंदी है एंडोथीशियम, फिर आती है मिडल लेयर, एंड सब तो टच दे विच होंदी है टेपिटम। उस टाइम मैं एक्चुअली तुहानूं सिर्फ नेम दसना चाहती सी, मे बी मैं सीरीज़ नहीं लिखी सी, अगर तुसीं उहनूं सीरीज़ समझ लिया होए, गलत ना कर दिओ एग्जाम दे विच, ठीक है। और आ देखो थोड़ा आफ नीचे फिलामेंट है, ऊपर एंथर है, एंथर नूं आपां कट के देखिए ट्रांसवर्स सेक्शन, तो ये सर्कुलर दिख रहा है ना आपां नूं, ठीक है। वैसे मैं तुहानूं की किया सी पैरेलल एक दूजे दे इहदा लेंथ वाइज चल रहा है, एक इधर और दो पीछे, ठीक है। उस तो बाद अगे चलते देखो सेंटर दे विच अपना वैस्कुलर स्ट्रैंड या कनैक्टिव टिश्यू जिन्होंने आप कह रहे थे, सारा कनैक्टिव टिश्यू है। आ विचाले वैस्कुलर स्ट्रैंड आ स्पोरोजेनस सैल्स हो गए थोड़े, ठीक। टेपिटम सब तो इनर मोस्ट लेयर है, टेपिटम है, इट नैरिशेस द डेवलपिंग पोलन ग्रेन्स। न्यूट्रीटिव लेयर है मैं दसिया सीगा, एंड इन फैक्ट ये जिहड़ी हुंदी है सीनोसिटिक हुंदी है। सीनोसिटिक मतलब इहदा साइटोप्लाज्म डेंस हुंदा है और न्यूक्लियस एक तो ज़्यादा हुंदा है। अल्टीमेटली टेपिटम डीजनरेट होएगी, यानी कि जो डेहिसेंस ऑफ एंथर हो जाएगी, पोलन ग्रेन सारा न्यूट्रिशन टेपिटम तो ले लेंगे, टेपिटम खत्म हो जाएगी। अगे फंक्शंस ऑफ टेपिटम, नरिशमेंट ऑफ डेवलपिंग माइक्रोस्पोर मदर सेल एंड पोलन ग्रेन्स। ये आप डिस्कस करांगे व्हाट इज एमएमसी, माइक्रोस्पोर मदर सेल, पर इन्ना समझ लो ये दोनों न्यूट्रिशन का काम टेपिटम कर रहे हैं। इट प्रोड्यूसेस लिपिड्स रिच यूबिश ग्रेन्यूल्स कंटेनिंग स्पोरोपोलिन फॉर एक्साइन। अगर तुम्हें पॉइंट्स नहीं समझ आ रहे, यू कैन लीव इट राइट नाउ, बिकॉज आप इनू मे बी इस लेक्चर या नैक्सट लेक्चर डिस्कस करांगे। स्पोरोपोलिन की होंगी है, एक्साइन की होंगी है, पोलन किट की होंगी है, एंटोमोफिलस पोलन ग्रेन्स की होंगे, सब डिस्कस करना है आप, ठीक है। उस तो बाद मेन आ भी देख लो, इट secretes enzymes like callase responsible for the degradation of callose around the pollen tetrad। अगर आइडिया लेना मैं दस दिनी है, बिकॉज मे बी अगला लेक्चर कुछ दिनों बाद आएगा। सो हुंदा की है, अपने को जो पोलन ग्रेन है वो बन जाता है, पोलन ग्रेन के अंदर हुण आपां पोलन ट्यूब बनाने, लेट से स्टेमन ते आ गया, तो पोलन ट्यूब नूं बाहर आने लई आपां जगह छड्डदे हां, ये उपर स्पोरोपोलिन की कवरिंग होंगी, सारा वैसे आप डिस्कस करना है, इधर नहीं समझ आएगा क्योंकि दीज आर लॉन्ग कॉन्सैप्ट्स, आराम नाल सीरीज़ वाइज समझने च फायदा है। कैलेस एंजाइम यूज़ होएगा, आप हुणे डिस्कस करांगे माइक्रोस्पोरोजेनेसिस के अंदर। सो स्टार्ट करते हैं। सो स्पोरोजेनस टिश्यू जो है पूरे माइक्रोस्पोरेंजियम के अंदर भरया हुआ है, ये सैल डिवाइड होंगे जिमें जिमें एंथर की ग्रोथ हो रही है, और अपना नंबर वधा के आराम नाल बैठे रहेंगे माइक्रोस्पोरेंजियम के अंदर। अल्टीमेटली ये ट्रांसफॉर्म हो जाएंगे एमएमसी या पीएमसी दे विच, यानी माइक्रोस्पोर दी मदर सेल या पोलन मदर सेल कह सकते हैं। हुणे जो एमएमसी है या इनू माइक्रोस्पोरोसाइट भी कह देंगे, तीन नाम हो गए, एमएमसी, पीएमसी या माइक्रोस्पोरोसाइट्स। एक ही करेंगे, दे डेवलप एन इंटरनल लेयर ऑफ कैलोस, कैलोस की लेयर बन गई, which breaks the plasmodesmal connections among them। बेसिकली हर सेल अपने च मस्त हो गया, उन्हें अपने आले दुआले ऐसी लेयर बना ली, प्लाज्मोडेस्मल कनैक्शन यानी सैल्स का एक कनैक्शन जो आपस दे विच हुंदा वो ब्रेक हो गया। दे सेपरेटेड मदर सेल्स राउंड ऑफ एंड अंडरगो मियोसिस। मियोसिस तो 2n तो 4n दे सेल्स बनते होंगे, आई होप सो यू नो। सो टू प्रोड्यूस माइक्रोस्पोर द टेट्राड, दिस इज कॉल्ड माइक्रोस्पोरोजेनेसिस। द पोलन ग्रेन्स और टेट्राड grow and separate from one another। ये ਜਿਹੜੇ भी तुहाडे माइक्रोस्पोर्स बन रहे हैं, या पोलन ग्रेन्स कह लो या टेट्राड कह लो, ये अपना अपना अलग तो ग्रो करते हैं, अपना अपना सेपरेट होंगे, इन्होंने किसी तो कुछ मतलब नहीं है, ठीक है। यूजुअली द अरेंजमेंट ऑफ माइक्रोस्पोर इन ए टेट्राड इज टेट्राहेड्रल। टेट्राहेड्रल समझते हो इदा, एक उरे एक उरे एक उरे एक उरे, या आइसो बायलेटरल, ठीक है। जस्ट गिव मी अ सेकंड, लेट मी चेंज द पीडीएफ, फिर आप आगे डिस्कस करते हैं।
ਓਕੇ, ਸੋ ਸਟਾਰਟ ਕਰਦੇ ਹਾਂ। ਮਾਈਕਰੋਸਪੋਰਸ ਔਰ ਪੋਲਨ ਗ੍ਰੇਨਸ ਕੀ ਹੁੰਦੇ ਆ? ਦੇਖੋ, ਮਾਈਕਰੋਸਪੋਰੋਜੈਨੇਸਿਸ ਸਮਝ ਆ ਗਈ, ਜ਼ਿਆਦਾ ਕੁਛ ਨਹੀਂ ਹੈ। ਤੁਹਾਡੇ ਕੋਲ MMC ਹੈ, MMC ਡਿਪਲੋਇਡ ਹੈ ਕਿਉਂਕਿ ਨॉर्मल ਸੈੱਲ ਹੈ, ਹੋਮੋਜੀਨਸ ਆਪਣੇ ਕੋਲ ਟਿਸ਼ੂ ਹੈ ਸਪੋਰੋਜਨਸ। ਐਂਡ ਇਸ 'ਚ ਕੀ ਹੋਏਗੀ? ਮੀਓਸਿਸ ਹੋਏਗੀ। ਵਾਈ ਮਾਈ ਰੇਟਿੰਗ ਲੁਕਸ ਲਾਈਕ, ਐਨੀਵੇਜ਼ ਮੀਓਸਿਸ ਹੋਏਗੀ। ਇੱਥੇ ਐਨ ਦੇ 4 ਪੋਲਨ ਗ੍ਰੇਨ ਬਣ ਜਾਣਗੇ। ਸੋ ਮਾਈਕਰੋਸਪੋਰ ਇਜ਼ ਅ ਸਿੰਗਲ ਸੈਲਡ ਮਾਈਕਰੋਸਕੋਪਿਕ ਸਟਰਕਚਰ ਹੁੰਦਾ। ਯੂਨੀਨਿਊਕਲੀਅਰ, ਇੱਕ ਹੀ ਨਿਊਕਲੀਅਸ ਹੁੰਦਾ ਇੱਕ ਮਾਈਕਰੋਸਪੋਰ ਦੇ ਅੰਦਰ। ਆਹ ਜਿਹੜੇ ਬਣੇ ਆ ਨਾ, ਇਹ ਜਿਹੜੇ ਮਾਈਕਰੋਸਪੋਰ ਹੀ ਹੈ, 4 ਮਾਈਕਰੋਸਪੋਰ ਬਣਦੇ ਇੱਕ MMC ਤੋਂ। ਦ ਪੋਲਨ ਗ੍ਰੇਨ ਇਜ਼ ਰਿਪਰੈਜ਼ੈਂਟ ਦ ਮੇਲ ਗੇਮੀਟੋਫਾਈਟ। ਜਿਹੜਾ ਪੋਲਨ ਗ੍ਰੇਨ ਆਪਣਾ ਬਣਿਆ, ਐਕਚੁਅਲੀ ਇਹਨੂੰ ਮਾਈਕਰੋਸਪੋਰ ਕਹਿ ਸਕਦੇ ਹਾਂ। ਥੋੜ੍ਹਾ ਜਿਹਾ ਡਿਵੈਲਪ ਹੋ ਜਾਂਦਾ ਜਿਹਦੀ ਆਪਾਂ ਗੱਲ ਕਰਾਂਗੇ। ਉਹ ਜੋ ਪੋਲਨ ਗ੍ਰੇਨ ਬਣੇਗਾ, ਉਹ ਪੋਲਨ ਗ੍ਰੇਨ ਤੁਹਾਡਾ ਮੇਲ ਗੇਮੀਟੋਫਾਈਟ ਹੈ। ਪੁੱਛ ਲੈਂਦੇ MCQs ਦੇ ਵਿੱਚ, ਵਟ ਇਜ਼ ਮੇਲ ਗੇਮੀਟੋਫਾਈਟ? ਮੇਲ ਗੇਮੀਟੋਫਾਈਟ ਉਹ ਹੈ ਜੋ ਮੇਲ ਗੇਮੀਟ ਨੂੰ ਕੈਰੀ ਕਰ ਰਿਹਾ, ਜੋ ਅੱਗੇ ਤੱਕ ਪਹੁੰਚਾਏਗਾ। ਠੀਕ ਹੈ, ਟਰਮਸ 'ਚ ਕਨਫਿਊਜ਼ ਨਹੀਂ ਹੋਣਾ। ਇਫ ਯੂ ਟੱਚ ਦ ਓਪਨਡ ਐਂਥਰ ਆਫ ਹਿਬਿਸਕਸ, ਇਹ ਦੇਖ ਲਿਓ ਯੈਲੋਇਸ਼ ਪਾਊਡਰ ਨਿਕਲਦਾ ਹੁੰਦਾ ਹੈ। ਇਹ ਵੀ ਐਕਟੀਵਿਟੀ ਹੈ ਛੋਟੀ ਜਿਹੀ। ਆਹ ਤੁਹਾਨੂੰ ਦਿੱਤੀ ਹੋਈਆਂ NCERT ਦੀ ਪਿਕਚਰਸ, ਆ ਵੀ ਤੁਹਾਨੂੰ NCERT ਦੀ ਪਿਕਚਰ ਦਿੱਤੀ ਹੋਈ ਹੈ। ਇਹ ਆਪਾਂ ਡਿਸਕਸ ਕਰਨਾ ਹੈ, ਪੋਲਨ ਗ੍ਰੇਨ ਦਾ ਸਫ਼ਰ। ਪੋਲਨ ਗ੍ਰੇਨ ਕਿਵੇਂ ਬਣੇਗਾ? ਪੋਲਨ ਗ੍ਰੇਨ ਦਾ ਸਾਈਜ਼ ਕੀ ਹੁੰਦਾ? ਦੇ ਆਰ ਸਫੈਰੀਕਲ, ਮੇਜਰਿੰਗ ਅਬਾਊਟ, ਇਹ ਵੀ ਪੁੱਛਿਆ ਗਿਆ ਆਈ ਗੈਸ ਕੁਐਸਚਨ, ਮੇਰੇ ਧਿਆਨ 'ਚ ਨਹੀਂ ਹੈ, 25 to 50 ਮਾਈਕਰੋਮੀਟਰਸ ਇਨ ਡਾਇਆਮੀਟਰ। ਕਈ ਵਾਰ ਅਗਰ ਤੁਸੀਂ ਨੀਟ ਵਗੈਰਾ ਦੀ ਪ੍ਰੀਪਰੇਸ਼ਨ ਕਰ ਰਹੇ ਹੋ, ਦਿਸ ਇਜ਼ ਇੰਪੋਰਟੈਂਟ ਪੁਆਇੰਟ। ਪੋਲਨ ਗ੍ਰੇਨਸ ਆਰ ਸਫੈਰੀਕਲ, ਮੇਜਰਿੰਗ ਅਬਾਊਟ 25 to 50 ਮਾਈਕਰੋਮੀਟਰਸ ਇਨ ਡਾਇਆਮੀਟਰ। ਪੋਲਨ ਗ੍ਰੇਨ ਦੀ 2 ਪ੍ਰੋਮੀਨੈਂਟ ਲੇਅਰਸ ਹੁੰਦੀ, ਐਗਜ਼ਾਈਨ ਔਰ ਇੰਟਾਈਨ, ਜਿਹਦੀ ਆਪਾਂ ਹੁਣੇ ਡਿਸਕਸ ਕਰ ਰਹੇ ਸੀ ਨਾ। ਸਮਝਾਉਂਦੇ ਹਾਂ ਕੀ ਹੁੰਦਾ। ਐਕਚੁਅਲੀ ਜਿਵੇਂ ਮੇਰਾ ਪੋਲਨ ਗ੍ਰੇਨ ਹੈ, ਆਏ ਦੇ ਬਾਹਰ ਇੱਕ ਲੇਅਰ ਹੋ ਗਈ ਐਗਜ਼ਾਈਨ, ਇੱਕ ਹੋ ਗਈ ਇੰਟਾਈਨ। ਡਿਸਕਸ ਕਰਦੇ ਕਿਹੜੀ ਅੰਦਰ ਹੈ ਕਿਹੜੀ ਬਾਹਰ। ਐਗਜ਼ਾਈਨ ਹੁੰਦੀ ਹੈ ਬਾਹਰ, ਇੰਟਾਈਨ ਹੁੰਦੀ ਹੈ ਅੰਦਰ। तो बाहर वाली हार्ड होएगी, अंदर वाली सॉफ्ट होएगी। सो एग्जाइन हार्ड आउटर लेयर है, जिन्हों आप एग्जाइन कह रहे हैं। इट इज़ मेड अप ऑफ वेरी इंपॉर्टेंट, वेरी इंपॉर्टेंट स्पोरोपोलिन, विच इज़ वन ऑफ द मोस्ट रेजिस्टेंट ऑर्गेनिक मटीरियल नोन। यानी कि तुसी इस ते एसिड पा लो, एल्कलाई पा लो, enzymes पा लो, it does not degrade, it is most important organic material, most resistant organic material, जो खराब नहीं ਹੁੰਦਾ ਨਾ ਤੇਜ਼ਾਬ ਨਾਲ ਨਾ enzymes ਨਾਲ। that's why pollen grains as a fossil use ਕਰ ਸਕਦੇ ਹਾਂ ਆਪਾਂ, ਮਿਲ ਜਾਂਦੇ ਆਪਾਂ ਨੂੰ। it can withstand high temperature, strong acid and strong alkali। ਕੋਈ ਐਸਾ enzyme ਅੱਜ ਤੱਕ ਨਹੀਂ ਬਣਿਆ ਜੋ sporopollen ਨੂੰ degrade ਕਰ ਸਕੇ। ਇੱਥੇ ਇੱਕ ਕਨਸੈਪਟ ਆਉਂਦਾ ਹੈ ਜਰਮਪੋਰ ਦਾ, ਜੋ ਕਿ ਤੁਹਾਡੇ ਤੋਂ ਪੁੱਛ ਸਕਦਾ ਵਾਟ ਇਜ਼ ਜਰਮਪੋਰ। ਜਰਮਪੋਰ ਦਾ ਕਨਸੈਪਟ ਇੰਪੋਰਟੈਂਟ ਹੈ। ਹੁਣ ਦੇਖੋ, ਮੇਰਾ ਪੋਲਨ ਗ੍ਰੇਨ ਹੈ, ਆ ਇਹਦੇ ਅੰਦਰ ਕਲਰ ਸ਼ਾਇਦ ਤੁਹਾਨੂੰ ਵਿਜ਼ੀਬਲ ਨਹੀਂ ਹੋਏਗਾ, ਲੈਟਸ ਟੇਕ ਅ ਡਾਰਕਰ ਕਲਰ। ਆ ਮੇਰੀ ਪੋਲਨ ਗ੍ਰੇਨ ਹੈ, ਲੈਟਸ ਸੇ। ਇਹਦੇ ਅੰਦਰ ਮੇਰਾ ਮੇਲ ਗੈਮੀਟ ਹੈ, ਠੀਕ ਹੈ। ਹੁਣ ਇਸ ਮੇਲ ਗੈਮੀਟ ਨੇ ਬਾਹਰ ਆਉਣਾ, ਬਾਹਰ ਲੱਗੀ ਹੋਈ ਸਪੋਰੋਪੋਲਿਨ ਦੀ ਲੇਅਰ, ਉਸਨੂੰ ਤੋੜ ਕੇ ਬਾਹਰ ਆਉਣਾ। ਬੇਸਿਕਲੀ ਸਪੋਰੋਪੋਲਿਨ ਤਾਂ ਨਹੀਂ, ਐਗਜ਼ਾਈਨ ਦੇ ਅੰਦਰ ਸਪੋਰੋਪੋਲਿਨ ਹੈ। ਐਗਜ਼ਾਈਨ ਦੀ ਲੇਅਰ ਨੂੰ ਤੋੜ ਕੇ ਬਾਹਰ ਆ ਪਾਣਾ ਇੱਕ ਛੋਟੇ ਜਿਹੇ ਮੇਲ ਗੈਮੀਟ ਲਈ ਇੰਪੋਸੀਬਲ ਹੈ। ਸੋ ਦੈਟਸ ਵਾਈ ਵਟ ਗॉड डिड, ही मेड सम स्पेसिस। पोलन ग्रेन ਦੀ ਜੋ ਐਗਜ਼ਾਈਨ ਹੈ ਉਹਦੇ ਵਿੱਚ ਪ੍ਰੋਮੀਨੈਂਟ ਅਪਰਚਰਸ हैं, जगह ਛੱਡੀ ਹੋਈ ਹੈ। इट इज़ लाइक दिस। अगर मैं गल करा जिथे स्पोरोपोलिन एबसेंट है, लेयर पूरी है, एग्जाइन पूरी है, पर पर्टिकुलर जगह ते स्पोरोपोलिन नहीं हैगा। सो पोलन ग्रेन्स आर वेल प्रिजर्वड एज फॉसिल। मैं दसिया द एग्जाइन इनहिबिट्स अ फैसिनेटिंग एरे ऑफ पैटर्न एंड डिजाइन। अगर तुम माइक्रोस्कोप च देखोगे तो मस्त मस्त इदा पैटर्न्स देखने को मिलेंगे। इंटाइन इनर लेयर है भाई, थिन है, कॉन्टिन्यूस है, वेरी इंपॉर्टेंट, एक कॉन्टिन्यूस है। एंड इट इज मेड अप ऑफ सेल्यूलोज एंड पेक्टिन। ये आ सकता है क्वेश्चन। सेल्यूलोज एंड पेक्टिन की बनी हुई है, ऊपर वाली की दी है स्पोरोपोलिन दे। द साइटोप्लाज्म ऑफ पोलन ग्रेन इज सराउंडेड बाय द प्लाज्मा मेम्ब्रेन प्रेजेंट है। नाउ पोलन ग्रेन ਦੇ ਬਾਹਰ ਦੀ ਗੱਲ ਹੋ ਗਈ, ਪੋਲਨ ਗ੍ਰੇਨ ਦੇ ਅੰਦਰ ਦੀ ਗੱਲ ਕਰੀਏ ਕਿ ਮੇਲ ਗੇਮੀਟ ਬਣਿਆ ਕਿੱਥੋਂ। ਆਪਾਂ ਤਾਂ ਹਜੇ ਤੱਕ MMC ਤੋਂ ਕੀ ਬਣਾਇਆ ਸੀਗਾ, MMC ਤੋਂ ਮਾਈਕਰੋਸਪੋਰ ਬਣਾਇਆ ਸੀ। ਮਾਈਕਰੋਸਪੋਰ ਤੋਂ ਪਹਿਲੀ ਗੱਲ ਤਾਂ ਪੋਲਨ ਗ੍ਰੇਨ ਕਿਵੇਂ ਬਣਿਆ, ਲੇਅਰਸ ਤਾਂ ਸਮਝ ਆ ਗਈਆਂ। ਪੋਲਨ ਗ੍ਰੇਨ ਕਿਵੇਂ ਕਨਵਰਟ ਹੋਇਆ, ਮਾਈਕਰੋਸਪੋਰ ਤੇ ਪੋਲਨ ਗ੍ਰੇਨ 'ਚ ਐਕਚੁਅਲ ਫਰਕ ਇਹ ਚੀਜ਼ ਹੈ। ਸੋ ਹੁਣ ਆਪਾਂ ਡਿਸਕਸ ਕਰਾਂਗੇ ਮਾਈਕਰੋਸਪੋਰ ਦੇ ਅੰਦਰ ਕੀ ਹੁੰਦਾ, ਸੋਰੀ ਪੋਲਨ ਗ੍ਰੇਨ ਦੇ ਅੰਦਰ ਕੀ ਹੁੰਦਾ। ਸੋ ਜਦੋਂ ਪੋਲਨ ਗ੍ਰੇਨ ਮੈਚਿਓਰ ਹੈ, ਇਹਦੇ ਅੰਦਰ 2 ਸੈਲਸ ਹੁੰਦੇ ਆ, ਵੈਜੀਟੇਟਿਵ ਸੈੱਲ ਐਂਡ ਜਨਰੇਟਿਵ ਸੈੱਲ। ਹੁੰਦਾ ਕੀ ਹੈ, ਜੋ ਮੇਰਾ ਮਾਈਕਰੋਸਪੋਰ ਹੁੰਦਾ ਨਾ, ਇਹਦੇ ਅੰਦਰ ਹੀ ਮਾਈਟੋਸਿਸ ਹੁੰਦੀ ਹੈ। ਮਿਓਸਿਸ ਤਾਂ ਹੋਏਗੀ ਨਹੀਂ, ਹੈਪਲੋਇਡ ਤੁਸੀਂ ਕੀ ਮਿਓਸਿਸ ਕਰੋਗੇ, ਮਾਈਟੋਸਿਸ ਹੋਏਗੀ। ਇਸ ਤੋਂ 2 ਸੈਲਸ ਬਣ ਜਾਣਗੇ ਇਹਨਾਂ ਦੇ, ਵਨ ਇਜ਼ ਵੈਜੀਟੇਟਿਵ ਸੈੱਲ, ਸੈਕਿੰਡ ਇਜ਼ ਜਨਰੇਟਿਵ ਸੈੱਲ। ਜੋ ਵੈਜੀਟੇਟਿਵ ਸੈੱਲ ਹੈ ਉਹ ਬੜਾ ਹੁੰਦਾ ਹੈ, ਜ਼ਿਆਦਾ ਖਾਣਾ ਰੱਖਦਾ ਹੈ, ਇਹਦਾ ਨਿਊਕਲੀਅਸ ਇਰੈਗੂਲਰ ਸ਼ੇਪਡ ਹੁੰਦਾ ਹੈ, ਔਰ ਵੈਜੀਟੇਟਿਵ ਸੈੱਲ ਦੇ ਅੰਦਰ ਹੀ ਹੁੰਦਾ ਹੈ।
मतलब ਜਿਹੜਾ ਸੈੱਲ ਹੈ ਉਹਦਾ ਨਿਊਕਲੀਅਸ ਉਹਦੇ ਅੰਦਰ ਹੀ ਹੈ। ਲੇਕਿਨ ਜੋ ਜਨਰੇਟਿਵ ਸੈੱਲ ਹੈ ਇਹਦਾ ਸੀਨ ਅਲੱਗ ਹੈ। ਜੋ ਜਨਰੇਟਿਵ ਸੈੱਲ ਹੈ ਇਹ ਛੋਟਾ ਹੁੰਦਾ ਸਾਈਜ਼ 'ਚ, ਐਂਡ ਇਹ ਜੋ ਵੈਜੀਟੇਟਿਵ ਸੈੱਲ ਹੈ ਜਿਵੇਂ ਆ ਉਹਦਾ ਸਾਈਟੋਪਲਾਜ਼ਮ ਹੈ ਉਹਦੇ ਵਿੱਚ ਹੀ ਤੈਰਦਾ ਰਹਿੰਦਾ ਐਵੇਂ ਛੋਟਾ ਜਿਹਾ। ਸੋ ਇਟ ਫਲੋਟਸ ਇਨ ਦ ਸਾਈਟੋਪਲਾਜ਼ਮ ਆਫ ਦ ਵੈਜੀਟੇਟਿਵ ਸੈੱਲ। ਇਟ ਇਜ਼ ਸਪਿੰਡਲ ਸ਼ੇਪ। ਮੈਂ ਸ਼ੇਪ ਕਿਉਂ ਸਰਕੂਲਰ ਬਣਾਤੀ, ਮੈਂ ਸਮਝਾਉਣ ਦੇ ਚੱਕਰ 'ਚ ਸ਼ੇਪ ਸਰਕੂਲਰ ਬਣਾਤੀ। ਇਟ ਸਮਥਿੰਗ ਲਾਈਕ ਦਿਸ। ਤੁਸੀਂ ਡਾਇਗਰਾਮ ਦੇਖੋਗੇ ਐਨਸੀਈਆਰਟੀ 'ਚ ਇੱਦਾਂ ਫਿਊਜ਼ਡ ਦਿਖਾ ਰੱਖਿਆ ਹੈ। ਇਟ ਇਜ਼ ਅ ਸਪਿੰਡਲ ਸ਼ੇਪਡ, ਸਪਿੰਡਲ ਹੁੰਦੀ ਹੈ ਇੱਦਾਂ, ਠੀਕ ਹੈ। ਇਟ ਹੈਜ਼ ਡੈਂਸ ਸਾਈਟੋਪਲਾਜ਼ਮ ਔਰ ਇੱਕ ਨਿਊਕਲੀਅਸ ਹੈ, ਠੀਕ ਹੈ। ਹੁਣ ਦੋ ਕੇਸਿਸ ਹੁੰਦੇ ਆ ਪਲਾਂਟਸ ਦੇ ਵਿੱਚ। 60% ਪਲਾਂਟਸ ਦੇ ਵਿੱਚ ਜੋ ਪੋਲਨ ਗ੍ਰੇਨ ਹੈ ਉਹ ਇੱਦਾਂ ਹੀ ਸ਼ੈਡ ਕਰ ਦਿੱਤੇ ਜਾਂਦੇ ਆ 2 ਸੈਲ ਸਟੇਜ 'ਤੇ। ਇੱਕ ਮੇਲ ਗੈਮੀਟ ਹੁੰਦਾ ਹੈ, ਹਜੇ ਮੇਲ ਗੈਮੀਟ ਨਹੀਂ ਬਣਾਇਆ ਆਪਾਂ ਐਕਚੁਅਲੀ, ਹਜੇ ਆਪਾਂ ਵੈਜੀਟੇਟਿਵ ਤੇ ਜਨਰੇਟਿਵ ਸੈੱਲ 'ਤੇ ਹੀ ਹਾਂ। ਲੇਕਿਨ ਬਚੇ ਹੋਏ 40% ਦੇ ਵਿੱਚ 3 ਸੈਲ ਸਟੇਜ 'ਤੇ ਸ਼ੈਡ ਹੁੰਦਾ ਹੈ। ਉਸ 'ਚ ਆਪਾਂ ਕੀ ਕਰਦੇ ਹਾਂ, ਜੋ ਆਪਣਾ ਜਨਰੇਟਿਵ ਸੈੱਲ ਹੈ ਨਾ, ਜਨਰੇਟਿਵ ਸੈੱਲ ਤੋਂ ਆਪਾਂ 2 ਮੇਲ ਗੈਮੀਟਸ ਹੋਰ ਬਣਵਾ ਲੈਂਦੇ ਹਾਂ ਮਾਈਟੋਸਿਸ ਕਰਵਾ ਕੇ, ਠੀਕ। ਅੱਗੇ ਚੱਲਦੇ ਹਾਂ। ਐਲਰजीज ਫਰੋਮ ਪੋਲਨ ਗ੍ਰੇਨਸ, ਕਲਰ ਮੈਚ ਹੋ ਗਿਆ ਨਾ। ਪੋਲਨ ਗ੍ਰੇਨਸ ਆਫ ਮੈਨੀ ਸਪੀਸ਼ੀਜ਼ ਕਾਜ਼ ਸੀਵੀਅਰ ਐਲਰजीज ਐਂਡ ਬ੍ਰੌਂਕੀਅਲ ਐਫਲਿਕਸ਼ਨਸ। ਦੇਖਿਆ ਹੋਏਗਾ ਐਕਚੁਅਲੀ ਮੈਨੂੰ ਖੁਦ ਨੂੰ ਵੀ ਆਏ ਪੋਲਨ ਗ੍ਰੇਨ ਦੀ ਐਲਰਜੀ। ਸੋ ਹੁੰਦਾ ਕੀ ਹੈ, ਜ਼ਿਆਦਾ ਡਿਸਕਸ ਨਹੀਂ ਕਰਾਂਗੇ, ਬਟ ਹਾਂ ਸਨੀਜ਼ਿੰਗ ਵਗੈਰਾ ਹੁੰਦੀ ਹੈ, ਅੱਖਾਂ 'ਚੋਂ ਪਾਣੀ ਆਉਣ ਲੱਗ ਜਾਂਦਾ ਹੈ। ਤਾਂ ਕੁਛ ਲੋਕਾਂ ਦੇ ਵਿੱਚ ਕਰੋਨਿਕ ਵੀ ਹੁੰਦੇ, ਕਰੋਮਿਕ ਨਹੀਂ ਕਰੋਨਿਕ, ਕਰੋਨਿਕ ਯਾਨੀ ਲੰਬੇ ਸਮੇਂ ਚੱਲਣ ਵਾਲੀ। ਕਰੋਨਿਕ ਰੈਸਪੀਰੇਟਰੀ ਡਿਸਆਰਡਰ ਜਿਵੇਂ ਐਸਮਾ, ਬ੍ਰੌਂਕਾਈਟਿਸ ਇਹ ਵੀ ਹੋ ਜਾਂਦੇ ਆ। ਬਾਕੀ ਆ ਇੰਪੋਰਟੈਂਟ ਹੈ, 'ਚੋਂ ਪੁੱਛ ਲੈਂਦੇ ਆ ਪਾਰਥੀਨੀਅਮ ਕੈਰਟ ਗ੍ਰਾਸ ਬਾਰੇ। ਇਹ ਐਕਚੁਅਲੀ ਆਪਣੀ ਇੰਡੀਆ ਦੀ ਨੇਟਿਵ ਨਹੀਂ ਹੈਗੀ, ਇਹ ਇੰਡੀਆ ਦੇ ਵਿੱਚ ਲਿਆਈ ਗਈ ਸੀ, ਗਲਤੀ ਨਾਲ ਆ ਗਈ ਸੀ ਐਜ਼ ਅ ਕੰਟੈਮੀਨੈਂਟ, ਐਜ਼ ਅ ਗੰਦਗੀ ਵਿਦ ਵੀਟ। ਇਟ ਬਿਕੇਮਸ ਯੂਬੀਕਿਊਟਸ। ਯੂਬੀਕਿਊਟਸ ਦਾ ਮਤਲਬ ਹੁੰਦਾ ਹੈ ਹਰ ਜਗ੍ਹਾ ਪਾਈ ਜਾਣ ਵਾਲੇ, ਜਿੱਥੇ ਦੇਖੋ ਪਾਰਥੀਨੀਅਮ ਕੈਰਟ ਗ੍ਰਾਸ ਮਿਲਣ ਲੱਗੀ। ਇਨ ਅਕਰੈਂਸ ਐਂਡ ਕਾਜ਼ਸ ਪੋਲਨ ਐਲਰਜੀ। ਉਸ ਤੋਂ ਬਾਅਦ ਪੋਲਨ ਸਿਰਫ ਐਲਰਜੀ ਕਰਨ ਦੇ ਕੰਮ ਨਹੀਂ ਆਉਂਦੇ, ਸਿਰਫ ਰਿਪਰੋਡਕਸ਼ਨ ਕਰਨ ਦੇ ਕੰਮ ਨਹੀਂ ਆਉਂਦੇ, ਦੇ ਆਰ ਆਲਸੋ ਯੂਜ਼ਡ ਐਜ਼ food supplements. Pollen grains are rich in nutrients. It has become a fashion in recent years ਕਿ ਇਹਨਾਂ ਦੀ ਟੈਬਲੇਟਸ ਨੂੰ ਐਜ਼ ਅ ਸਪਲੀਮੈਂਟ ਯੂਜ਼ ਕੀਤਾ ਜਾਂਦਾ ਹੈ। ਵੈਸਟਰਨ ਕੰਟਰੀਜ਼ ਦੇ ਵਿੱਚ ਪ੍ਰੋਡਕਟਸ ਬਣਾਏ ਜਾਂਦੇ ਆ, ਟੈਬਲੇਟ, ਸਿਰਪਸ। ਪੋਲਨ ਕੰਜ਼ਪਸ਼ਨ ਕਹਿੰਦੇ ਆ ਕਿ ਐਥਲੀਟਸ ਜਾਂ ਰੇਸ ਹਾਰਸਿਸ ਦੀ ਵੀ ਪਰਫੋਰਮੈਂਸ ਨੂੰ ਇਨਕਰੀਜ਼ ਕਰਦੇ ਆ। ਨੈਕਸਟ ਇਜ਼ ਪੋਲਨ ਵਾਇਬਿਲਿਟੀ। ਦੇਖੋ ਹੁਣ ਇੱਥੇ ਕੋਈ ਟ੍ਰੇਨ, ਟਰੱਕ ਜਾਂ ਵਹੀਕਲ ਫੈਸਿਲਿਟੀ ਨਹੀਂ ਹੈ। ਮੇਰਾ ਪੋਲਨ ਗ੍ਰੇਨ ਜੋ ਹੈ ਉੜ ਕੇ ਚਲਾ ਗਿਆ, ਉਹ ਪਿਸਟਲ 'ਤੇ ਜਾਣ ਦੀ ਵੇਟ ਕਰ ਰਿਹਾ ਹੈ। ਮੈਂ ਪਹਿਲਾਂ ਸਟੇਮਨ ਬੋਲਿਆ ਸੀ ਯਾਰ ਸਟਾਰਟਿੰਗ 'ਚ ਲੈਕਚਰ 'ਤੇ, ਆਈ ਡੋਂਟ ਨੋ, ਅਗਰ ਗਲਤੀ ਨਾਲ ਬੋਲ ਦਿੱਤਾ ਹੈ ਤਾਂ ਆਮ ਸੋ ਸੌਰੀ, ਕਈ ਵਾਰ ਹੋ ਜਾਂਦਾ ਹੈ। ਪਿਸਟਲ ਦੇ ਉੱਤੇ ਇਹਨੇ ਲੈਂਡ ਕਰਨਾ ਜਾ ਕੇ ਸਟਿਗਮਾ ਦੇ ਉੱਪਰ ਐਕਚੁਅਲੀ। ਤਾਂ ਪੋਲਨ ਗ੍ਰੇਨ ਦੀ ਕੋਈ ਵਹੀਕਲ ਤਾਂ ਹੈ ਨਹੀਂ ਹੈ ਕਿ ਜੋ ਸ਼ਾਰਟ ਉਸਨੂੰ ਉਸਦੇ ਡੈਸਟੀਨੇਸ਼ਨ 'ਤੇ ਪਹੁੰਚਾ ਕੇ ਆਏਗਾ ਕਿ ਆ ਬੈਠ ਮੇਰੀ ਗਾੜੀ में छोड़ के आऊँ तेरे को, नहीं ऐदा नहीं ਹੁੰਦਾ, ਠੀਕ ਹੈ। ਸੋ ਹੋਏਗਾ ਕਿ ਜੋ ਕੁਦਰਤ ਹੈ, ਨੇਚਰ ਹੈ, ਉਸਨੇ ਕੁਛ ਏਜੰਟਸ ਬਣਾਏ ਜੋ ਆਪਾਂ ਅੱਗੇ ਡਿਸਕਸ ਕਰਾਂਗੇ, ਬਟ ਮੋਸਟਲੀ ਜੋ ਹੈ ਪੋਲਨ ਗ੍ਰੇਨ ਜੋ ਹਵਾ ਦੇ ਵਿੱਚ ਛੱਡ ਦਿੱਤੇ ਜਾਂਦੇ ਆ। ਹੁਣ ਹਵਾ ਦੇ ਵਿੱਚ ਘੁੰਮ ਰਹੇ ਆ, ਉਹ ਲਾਈਫ ਟਾਈਮ ਉਹਨਾਂ ਦੀ ਵਾਇਬਿਲਿਟੀ ਥੋੜੀ ਹੋਏਗੀ ਕਿ 10 ਸਾਲ ਬਾਅਦ ਵੀ ਅਗਰ ਕਿਸੇ ਵੀਟ ਦਾ ਦੂਜੇ ਵੀਟ 'ਤੇ ਅਗਰ ਪੋਲਨ ਗਿਰ ਗਿਆ ਤਾਂ ਹੁਣ ਉਹ ਜਰਮੀਨੇਟ ਹੋਏਗਾ, ਮਤਲਬ ਫਰਟੀਲਾਈਜੇਸ਼ਨ ਕਰੇਗਾ, ਨਹੀਂ। ਸਭ ਦੀ ਇੱਕ ਵਾਇਬਿਲਿਟੀ ਹੁੰਦੀ ਹੈ, ਆਪਾਂ ਡਿਸਕਸ ਕਰਨੀ ਹੈ, ਠੀਕ ਹੈ। ਸੋ ਦ ਪ੍ਰੋਸੈਸ for which pollen grain remains viable is highly variable, and to some extent the pollen viability may depend on temperature or humidity. ਮੇਰੀ ਜਗ੍ਹਾ ਦਾ ਟੈਂਪਰੇਚਰ ਔਰ ਨਮੀ ਕਿੰਨੀ ਹੈ ਉਸ 'ਤੇ ਵੀ ਡਿਪੈਂਡ ਕਰਦਾ ਹੈ। ਸੋ ਅਗਰ ਮੈਂ ਇਹ ਯਾਦ ਰੱਖਣਾ ਪੁੱਛ ਲੈਂਦੇ ਆ ਵੀਟ ਔਰ ਰਾਈਸ ਦੇ ਕੇਸ ਦੇ ਵਿੱਚ, ਜਿਵੇਂ ਇਨ ਸਮ ਸੀਰੀਅਲਸ ਸਚ ਐਜ਼ ਰਾਈਸ, ਵੀਟ, ਇਹਨਾਂ ਦੀ 30 ਮਿੰਟਸ ਦੇ ਅੰਦਰ ਅੰਦਰ ਅਗਰ ਪੋਲੀਨੇਸ਼ਨ ਹੋ ਗਈ ਤਾਂ ਠੀਕ ਹੈ, ਮਤਲਬ ਅਗਰ ਇਹ ਪਹੁੰਚ ਗਏ ਪਿਸਟਲ ਦੇ ਉੱਪਰ, ਸਟਿਗਮਾ ਦੇ ਉੱਪਰ ਲੈਂਡ ਹੋ ਗਏ ਤਾਂ ਠੀਕ ਹੈ, ਵਰਨਾ ਇਹਨਾਂ ਦੀ ਵਾਇਬਿਲਿਟੀ ਖਤਮ ਹੈ। ਉਸ ਤੋਂ ਬਾਅਦ ਇਹ ਪਹੁੰਚਦੇ ਵੀ ਆ, ਦੇਅਰ ਆਫ ਨੋ ਯੂਜ਼, ਨੋ ਰਿਪਰੋਡਕਸ਼ਨ ਵਿਲ ਹੈਪਨ। ਰੋਜ਼ੇਸੀ, ਲੈਗੂਮਿਨੇਸੀ, ਸੋਲੇਨੇਸੀ ਦੀ ਕੁਛ ਮਹੀਨਿਆਂ ਤੱਕ ਰਹਿੰਦੀ ਹੈ। Next is pollen grains the preservation. Human is greedy, he is preserving everything. So it is possible to store pollen grains of large number of species for years, ਕੁਛ ਸਾਲਾਂ ਤੱਕ, ਕਾਫੀ years ਤੱਕ ਆਪਾਂ ਇਹਨਾਂ ਨੂੰ ਵਾਈਬਲ ਰੱਖ ਸਕਦੇ ਹਾਂ। ਕੀ ਸਟੋਰ ਕਰਦੇ ਹਾਂ? In liquid nitrogen at -196 degree Celsius. In this way pollen grains ਜਿਹੜੇ ਹੈ ਜਾਂ ਜਿਹਨੂੰ ਆਪਾਂ ਮੇਲ ਗੈਮੀਟੋਫਾਈਟ ਕਹਿੰਦੇ ਹਾਂ, they can be preserved. use of pollen banks ਕੀਤਾ ਜਾਂਦਾ ਹੈ crop breeding programs ਦੇ ਲਈ। ਨੈਕਸਟ ਇਜ਼ ਤੁਹਾਡੀ ਐਕਚੁਅਲ ਜੋ ਗੇਮੀਟੋਜੈਨੇਸਿਸ, ਮਾਈਕਰੋਜੈਨੇਸਿਸ ਸੀ, ਮੈਂ ਹੁਣ ਤੁਹਾਨੂੰ ਇੱਕ ਵਾਰ ਦਿਖਾ ਦਿੰਦੀ ਹਾਂ। ਹੁੰਦਾ ਕਿ ਆ ਦੇਖੋ ਤੁਹਾਡੀ ਆ ਅੰਦਰ ਵਾਲੀ ਇੰਟਾਈਨ ਹੈ, ਬਾਹਰ ਵਾਲੀ ਐਗਜ਼ਾਈਨ ਹੈ, ਅੰਦਰ ਸਾਈਟੋਪਲਾਜ਼ਮ ਹੈ, ਇਹ ਜਰਮ ਪੋਰ ਹੈ ਯਾਨੀ ਇੱਥੇ ਸਪੋਰੋਪੋਲਿਨ ਨਹੀਂ ਹੋਏਗਾ। ਆ ਤੁਹਾਡਾ ਨਿਊਕਲੀਅਸ ਹੈ, ਆ ਡਿਵਾਈਡ ਹੋ ਕੇ 2 ਸੈੱਲ ਬਣ ਗਏ। ਬਾਹਰ ਵਾਲਾ ਇਹਨੂੰ ਟਿਊਬ ਵੀ ਕਹਿੰਦੇ ਆ, ਧਿਆਨ ਰੱਖਣਾ, ਟਿਊਬ ਔਰ ਵੈਜੀਟੇਟਿਵ ਸੈੱਲ ਸੇਮ ਹੁੰਦੇ ਆ। ਆਪਣਾ ਅੰਦਰ ਵਾਲਾ ਹੁੰਦਾ ਜਨਰੇਟਿਵ ਸੈੱਲ, ਠੀਕ ਹੈ। ਔਰ ਆ ਦੇਖੋ ਇਹਨੇ ਕੈਲੋਸ ਵॉल ਬਣਾ ਲਈ, ਇਹ ਨਾਲ ਲੋੜ ਨਹੀਂ ਡਿਸਕਸ ਕਰਨ ਦੀ, ਵੈਕਿਊਲ ਵਗੈਰਾ। ਬਸ ਮੈਂ ਤੁਹਾਨੂੰ ਇਹ ਦੱਸਣਾ ਸੀ ਵਾਈ ਸਪੋਰੋਪੋਲਿਨ ਇਜ਼ ਪ੍ਰੈਜੈਂਟ, ਕਿਉਂਕਿ ਪੋਲਨ ਟਿਊਬ ਨੇ ਬਣਨਾ ਭਾਈ ਇੱਕ ਪੁਆਇੰਟ 'ਤੇ, ਜਦੋਂ ਆਪਣਾ ਸਟਿਗਮੇ 'ਤੇ ਲੈਂਡ ਹੋ ਜਾਏਗਾ ਪੋਲਨ ਗ੍ਰੇਨ। ਸੋ ਉਹਦੇ ਲਈ ਕੋਈ ਖਾਲੀ ਜਗ੍ਹਾ ਚਾਹੀਦੀ ਸੀ, ਸੋ ਗੋਡ ਮੇਡ ਜਰਮ ਪੋਰ, ਠੀਕ ਹੈ।
ਇੰਨਾ ਯਾਦ ਰੱਖਣਾ ਹੈ। ਇਹ ਆਪਾਂ ਡਿਸਕਸ ਕਰਾਂਗੇ ਕੀ ਹੁੰਦਾ ਹੈ। ਨੈਕਸਟ ਇਜ਼ pollen grains or microspore is the first cell of male gametophyte. Male gametophyte start ਕਿੱਥੋਂ ਹੁੰਦਾ? pollen grain ਤੋਂ। ਜਾਂ ਮੇਰਾ microspore ਵੀ ਸੇਮ ਹੀ ਹੁੰਦਾ pollen grain ਦੇ। and represent immature male gametophyte. Development ਕਦੋਂ ਹੁੰਦੀ ਹੈ? ਮਾਈਕਰੋਸਪੋਰੈਂਜੀਅਮ ਦੇ ਅੰਦਰ ਹੁੰਦੀ ਹੈ। ਹੁੰਦਾ ਕੀ ਹੈ? ਬਸ ਤੁਹਾਡਾ ਮੈਂ ਦੱਸਿਆ ਸੀਗਾ ਪਲਾਜ਼ਮਾ ਮੈਂਬਰੇਨ ਹੈ, ਮਾਈਟੋਟਿਕਲੀ ਦੋ ਅਨਈਕੁਅਲ ਸੈੱਲ ਸਮਾਲ ਜਨਰੇਟਿਵ ਸੈੱਲ ਤੇ ਲਾਰਜ ਟਿਊਬ ਸੈੱਲ ਜਾਂ ਵੈਜੀਟੇਟਿਵ ਸੈੱਲ 'ਚ ਡਿਵਾਈਡ ਕਰ ਦਿੰਦਾ। ਮੈਂ ਤੁਹਾਨੂੰ ਉੱਪਰ ਹੀ ਦੱਸਤਾ ਸੀ, ਇਹਨਾਂ ਨੇ ਥਿਊਰੀ ਲੇਟ ਦਿੱਤੀ ਹੈ, ਪਰ ਮੈਨੂੰ ਐਸੇ ਤੁਹਾਨੂੰ ਕਨਸੈਪਟ ਸਮਝ ਨਹੀਂ ਆਉਂਦੇ, ਸੋ ਮੈਂ ਨਾਲ ਨਾਲ ਦੱਸੀਗੀ ਤੁਹਾਨੂੰ, ਠੀਕ ਹੈ। ਉਸ ਤੋਂ ਬਾਅਦ ਹੈ ਟਿਊਬ ਸੈੱਲ ਕੋਲ ਵੈਕਿਊਲੇਟਿਡ ਸਾਈਟੋਪਲਾਜ਼ਮ ਹੁੰਦਾ ਹੈ। ਦੇਖ ਲਓ ਡਾਇਗਰਾਮ 'ਚ ਦੱਸਿਆ ਹੋਇਆ ਕਿ ਜਿਹੜਾ ਟਿਊਬ ਸੈੱਲ ਹੈ ਇਹਦੇ ਵਿੱਚ ਵੈਕਿਊਲ ਹੁੰਦਾ ਹੈ ਔਰ ਇਹਦੇ ਕੋਲ ਜ਼ਿਆਦਾ ਫੂਡ ਹੁੰਦਾ। ਇਹਦਾ ਨਿਊਕਲੀਅਸ ਵੀ ਲਾਰਜ ਔਰ ਇਰੈਗੂਲਰ ਹੁੰਦਾ ਹੈ, ਜਨਰੇਟਿਵ ਵਾਲਾ ਸਪਿੰਡਲ ਸ਼ੇਪ ਦਾ ਹੁੰਦਾ ਹੈ ਐਂਡ ਦੈਨ ਸਾਈਟੋਪਲਾਜ਼ਮ ਹੁੰਦਾ, ਪ੍ਰੋਮੀਨੈਂਟ ਨਿਊਕਲੀਅਸ, ਯਾਨੀ ਅੱਛਾ ਖਾਸਾ ਨਿਊਕਲੀਅਸ ਹੁੰਦਾ ਤਾਂ ਜ਼ਰੂਰੀ ਵੀ ਹੈ ਭਾਈ ਜਨਰੇਟਿਵ ਦਾ, ਤਾਂ ਇਹਨੇ ਮੇਲ ਗੈਮੀਟ ਬਣਾਉਣਾ ਅੱਗੇ। ਉਹੀ ਚੀਜ਼ ਦਿੱਤੀ ਹੋਈ ਹੈ। ਇਨ ਸਮ ਸਪੀਸ਼ੀਜ਼ ਜਨਰੇਟਿਵ ਸੈੱਲ ਦੋ ਨੋਨ ਮਟਾਈਲ ਮੇਲ ਗੈਮੀਟਸ 'ਚ ਪਹਿਲਾਂ ਹੀ ਬਣ ਜਾਂਦਾ ਡੇਹੀਸੈਂਸ ਤੋਂ ਔਰ ਪੋਲਨ ਗ੍ਰੇਨ ਰਿਲੀਜ਼ ਹੋ ਜਾਂਦੇ ਆ। ਸੋ ਆਪਾਂ ਕਹਿ ਸਕਦੇ ਐਟ ਦ ਟਾਈਮ ਆਫ ਪੋਲੀਨੇਸ਼ਨ ਜਦੋਂ ਮੇਰੇ ਪੋਲਨ ਗ੍ਰੇਨਸ ਫਟ ਕੇ ਨਿਕਲਣਗੇ ਦੇ ਕੈਨ ਵੀ ਆਈਦਰ ਐਟ ਦ 2 ਸੈੱਲ ਸਟੇਜ ਜਿਹ 'ਚ ਇੱਕ ਟਿਊਬ ਸੈੱਲ ਇੱਕ ਜਨਰੇਟਿਵ ਸੈੱਲ ਹੋਏਗਾ ਜਾਂ 3 ਸੈੱਲਸ ਹੈ ਜਿਹ 'ਚ ਇੱਕ ਟਿਊਬ ਸੈੱਲ ਐਜ਼ ਇਟ ਇਜ਼ ਔਰ 2 ਮੇਲ ਗੈਮੀਟ ਹੋਣਗੇ ਕਿਉਂਕਿ ਜਨਰੇਟਿਵ ਵਾਲਾ 2 ਮੇਲ ਗੈਮੀਟਸ ਜੋ ਹੈ ਉਹ ਬ੍ਰੇਕ ਹੋ ਜਾਂਦਾ, ਐਕਚੁਅਲੀ ਡਿਵਾਈਡ ਕਰ ਜਾਂਦਾ, ਠੀਕ ਹੈ। ਸੋ ਲੈਟ ਮੀ ਚੇਂਜ PDF ਫਿਰ ਆਪਾਂ ਅੱਗੇ ਡਿਸਕਸ ਕਰਦੇ ਹਾਂ। ਓਕੇ ਸੋ PPT ਕਾਫੀ PDF ਜੋ ਹੈ ਕਾਫੀ ਬਰਾਈਟ ਹੈ ਬਟ ਇਟਸ ਓਕੇ। ਦੇਖੋ ਆਪਣਾ ਆਪਾਂ ਮੇਲ ਦਾ ਸਾਰਾ ਖਤਮ ਕਰਤਾ, ਮੇਲ ਗੈਮੀਟ ਬਣਾਤਾ, ਗੈਮੀਟੋਫਾਈਟ ਤੋਂ ਸਭ ਹੋ ਗਿਆ। ਹੁਣ ਆਪਾਂ ਡਿਸਕਸ ਕਰਾਂਗੇ ਫੀਮੇਲ ਦੀ। ਐਕਚੁਅਲੀ ਚੈਪਟਰ ਨਾ ਕੁਛ ਸੈਕਸ਼ਨਸ 'ਚ ਡਿਵਾਈਡ ਹੁੰਦਾ ਹੈ। ਇਹ ਹੁੰਦੇ ਨੇ ਪ੍ਰੀ ਫਰਟੀਲਾਈਜੇਸ਼ਨ ਇਵੈਂਟਸ, ਫਿਰ ਹੁੰਦੇ ਆ ਫਰਟੀਲਾਈਜੇਸ਼ਨ ਜਿਹਨੂੰ ਆਪਾਂ ਡਬਲ ਫਰਟੀਲਾਈਜੇਸ਼ਨ ਦੇ ਨਾਮ 'ਤੇ ਡਿਸਕਸ ਕਰਾਂਗੇ, ਫਿਰ ਹੁੰਦਾ ਪੋਸਟ ਫਰਟੀਲਾਈਜੇਸ਼ਨ ਇਵੈਂਟਸ। ਹਜੇ ਆਪਾਂ ਕਰ ਰਹੇ ਹਾਂ ਫਰਟੀਲਾਈਜੇਸ਼ਨ ਤੋਂ ਪਹਿਲਾਂ ਕੀ ਹੁੰਦਾ, ਫਿਰ ਫਰਟੀਲਾਈਜੇਸ਼ਨ ਦੇਖਾਂਗੇ, ਫਿਰ ਫਰਟੀਲਾਈਜੇਸ਼ਨ ਤੋਂ ਬਾਅਦ ਕੀ ਹੁੰਦਾ ਉਹ ਦੇਖਾਂਗੇ। ਪ੍ਰੀ ਦੇ ਵਿੱਚ ਆਪਾਂ ਗੈਮੀਟਸ ਬਣਦੇ ਹੋਏ ਦੇਖ ਰਹੇ ਹਾਂ ਔਰ ਇੱਕ ਸਟੈਪ ਹੋਰ ਹੋਏਗਾ ਕਿ ਟ੍ਰਾਂਸਫਰ ਹੋਣਾ। ਪਹਿਲੇ 'ਚ ਆਪਾਂ ਮੇਲ ਦੀ ਗੱਲ ਕਰ ਲਈ, ਸਟੇਮਨ ਐਂਥਰ ਪਿਸਟਲ ਮਾਈਕਰੋਸਕੋਪ ਗੱਲ ਕਰ ਲਈ। ਹੁਣ ਮੈਗਾ ਦੇ ਨਾਮ 'ਤੇ ਗੱਲ ਕਰਾਂਗੇ, ਫੀਮੇਲ ਗੈਮੀਟੋਫਾਈਟ ਯਾਨੀ ਐਮਬਰੀਓ ਸੈਕ ਦੀ ਗੱਲ ਕਰਾਂਗੇ, ਹੈ ਨਾ। 7 ਸੈਲ 8 ਨਿਊਕਲੀਏਟਿਡ ਸਟੇਜ ਦੀ ਗੱਲ ਕਰਾਂਗੇ, ਸਭ ਗੱਲ ਕਰਾਂਗੇ। ਫਿਰ ਟ੍ਰਾਂਸਫਰ 'ਚ ਆਪਾਂ ਐਂਟੀਮੋਫਿਲੀ ਸਭ ਡਿਸਕਸ ਕਰਾਂਗੇ, ਡਿਫਰੈਂਟ ਏਜੰਟਸ ਹੁੰਦੇ, ਹਾਈਡਰੋਫਿਲੀ, ਠੀਕ ਹੈ, ਇੱਦਾਂ ਆਪਾਂ ਡਿਸਕਸ ਕਰਨਾ ਹੁੰਦਾ। ਫਰਟੀਲਾਈਜੇਸ਼ਨ ਦੇ ਵਿੱਚ 2 ਇਵੈਂਟਸ ਹੁੰਦੇ ਆ, ਡਬਲ ਫਰਟੀਲਾਈਜੇਸ਼ਨ ਹੋ ਗਿਆ, ਸਿੰਗੈਮੀ ਹੁੰਦੀ ਹੈ ਨਾ ਐਂਡੋਸਪਰਮ ਬਣਦਾ ਹੈ। ਪੋਸਟ ਫਰਟੀਲਾਈਜੇਸ਼ਨ ਦੇ ਵਿੱਚ ਆਪਾਂ ਦੇਖਾਂਗੇ ਕਿਵੇਂ ਡਾਈਕੋਟ ਮੋਨੋਕੋਟ ਦੀ ਡਿਵੈਲਪਮੈਂਟ ਹੁੰਦੀ ਹੈ। ਸੋ ਇਹ ਥੋੜਾ ਚੈਪਟਰ ਦਾ ਲੇਆਊਟ ਹੈ, ਠੀਕ ਹੈ, ਡੋਂਟ ਗੈਟ ਕਨਫਿਊਜ਼ਡ। ਮੈਂ ਹਟਾ ਦਾਂ ਕਿ ਮੈਂ ਕੁਝ ਛੱਡ ਨਹੀਂ ਰਹੀ, ਆਪਾਂ ਲੈਂਗੁਏਜ ਡਿਸਕਸ ਕਰ ਰਹੇ, ਬੱਚਾ ਨਾ ਕਨਫਿਊਜ਼ ਹੋ ਜਾਂਦਾ ਚੱਲ ਕੇ ਰਿਹਾ। ਸਭ ਤੋਂ ਪਹਿਲਾਂ ਆਪਾਂ ਹੁਣ ਆ ਚੁੱਕੇ ਹਾਂ ਫੀਮੇਲ 'ਤੇ। ਸੋ ਗਾਇਨੋਸ਼ੀਅਮ ਰਿਪਰੈਜ਼ੈਂਟਸ ਫੀਮੇਲ ਰਿਪਰੋਡਕਟਿਵ ਪਾਰਟ ਆਫ ਦ ਫਲਾਰ, ਠੀਕ ਹੈ। ਇਟ ਇਜ਼ ਦ ਕਲੈਕਟਿਵ ਟਰਮ ਐਕਚੁਅਲੀ ਸਿੰਗਲ ਯੂਨਿਟ ਜਿਹੜੀ ਹੁੰਦੀ ਹੈ ਸਟਿਗਮਾ ਸਟਾਈਲ ਓਵਰੀ ਨੂੰ ਮਿਲਾ ਕੇ ਕਾਰਪਲ ਜਾਂ ਪਿਸਟਲ ਕਹਿੰਦੇ ਆਪਾਂ ਉਹਨੂੰ, ਔਰ ਬਹੁਤ ਸਾਰੇ ਕਾਰਪਲਸ ਮਿਲ ਕੇ ਗਾਇਨੋਸ਼ੀਅਮ ਬਣਾਉਂਦੇ, ਇਟਸ ਅ ਯੂਨਿਟ। ਇਹ ਚੀਜ਼ ਮੇਲ ਦੇ ਲਈ ਆਪਾਂ ਕਹੀਏ ਬਹੁਤ ਸਾਰੇ ਜਿਹੜੇ ਆਪਣੇ ਸਟੇਮਨ ਹੁੰਦੇ ਆ ਮਿਲ ਕੇ ਬਣਾਉਂਦੇ ਆ ਐਂਡਰੋਸ਼ੀਅਮ, ਠੀਕ ਹੈ। ਅਗਰ ਚਾਹੂੰ ਤਾਂ ਮੈਂ ਲਿਖ ਦਿੰਦੀ ਹਾਂ ਐਂਡਰੋਸ਼ੀਅਮ, ਠੀਕ ਹੈ। ਇਟ ਮੇ ਕੰਸਿਸਟ ਆਫ ਓਨਲੀ 1 ਕਾਰਪਲ, ਮੋਨੋਕਾਰਪਲਰੀ ਵੀ ਹੋ ਸਕਦਾ, 2 ਹੋਣ ਤਾਂ ਬਾਈਕਾਰਪਲਰੀ, ਟਰਾਈਕਾਰਪਲਰੀ, ਟੈਟਰਾਕਾਰਪਲਰੀ, ਪੈਂਟਾ ਐਂਡ ਮਲਟੀ ਤੱਕ ਚੱਲਦਾ ਰਹੇਗਾ। ਹੁਣ ਮੇਰੇ ਕੋਲ 1 ਕਾਰਪਲ ਹੈ ਤਾਂ ਉਹ ਕਿਆ ਹੀ ਹੋਏਗਾ, ਲੇਕਿਨ ਆਪਾਂ 2 ਤੋਂ ਵੱਧ ਕਾਰਪਲਸ ਲਈ ਇੱਕ ਕੇਸ ਡਿਸਕਸ ਕਰਦੇ ਹਾਂ ਵਿਚ ਇਜ਼ ਲੈਟਸ ਸੇ ਮੇਰਾ 1 ਕਾਰਪਲ ਹੈ ਔਰ ਦੂਸਰਾ ਜੋ ਹੈ ਅਗਰ ਇੱਕ ਦੂਜੇ ਨਾਲ ਫਿਊਜ਼ਡ ਹੈ, ਵॉट आई एम ड्राइंग एनीवे समझ आ गएगा। अगर 2 या 2 ਤੋਂ ਜ਼ਿਆਦਾ ਕਾਰਪल्स प्रेजेंट है और फ्री है यानी कि फ्यूज्ड नहीं है अलग है ਤਾਂ ਉਹ ਹੋਏਗੀ ਐਪੋਕਾਰਪਸ ਕੰਡੀਸ਼ਨ। ਸਿਨਕਾਰਪਸ ਦੇ ਵਿੱਚ ਉਹ ਫਿਊਜ਼ਡ ਹੋਣਗੇ, ਐਗਜ਼ਾਮਪਲ ਹਿਬਿਸਕਸ, ਠੀਕ ਹੈ। ਉਸ ਤੋਂ ਬਾਅਦ ਹੈ ਯੂਨਿਟ ਆਫ ਗਾਇਨੋਸ਼ੀਅਮ ਨੂੰ ਪਿਸਟਲ ਜਾਂ ਕਾਰਪਲ ਕਹਿੰਦੇ ਆ। ਦੇਖੋ ਇਹ ਕਨਫਿਊਜ਼ ਕਰਦੇ ਆ ਬੱਚੇ ਨੂੰ, ਉਰੇ ਪਿਸਟਲ ਲਿਖਤਾ ਉਰੇ ਕਾਰਪਲ, ਬੱਚੇ ਨੂੰ ਦੱਸੋ ਪਿਸਟਲ ਔਰ ਕਾਰਪਲ ਸੇਮ ਹੁੰਦੇ ਆ। ਇਟ ਰਿਪਰੈਜ਼ੈਂਟਸ ਅ ਮੈਗਾਸਪੋਰੋਫਿਲ। what was microsporophyll? write now in the comments बिना notes देखे। it has 3 parts, stigma, style and ovary। stigma सब तो ऊपर वाला टॉप वाला पार्ट होता है, it is the terminal receptive part, रिसेप्ट करेगा, it is receive करेगा, it functions as landing platform for the pollen grain during the pollination। ਬਾਕੀ ਇੱਕ ਹੋਰ ਚੀਜ਼ ਕੰਮ ਕਰੇਗੀ ਜਿਹਦੀ ਆਪਾਂ ਡਿਸਕਸ ਕਰਾਂਗੇ ਫਰਟੀਲਾਈਜੇਸ਼ਨ ਦੇ ਵਿੱਚ ਵੀ, ਕੰਪੈਟੇਬਿਲਿਟੀ ਐਂਡ ਕੰਪੈਟੇਬਿਲਿਟੀ। ਲੈਟਸ ਸੇ ਮੈਂਗੋ ਦੇ ਸਟਿਗਮਾ ਤੇ ਐਪਲ ਦਾ ਜੋ ਪੋਲਨ ਗ੍ਰੇਨ ਆ ਕੇ ਗਿਰ ਗਿਆ, ਫਰਟੀਲਾਈਜੇਸ਼ਨ ਹੋਏਗੀ, ਨਿਊ ਪ੍ਰਜਾਤੀ ਥੋੜੀ ਬਣ ਜਾਏਗੀ। ਸੋ ਕੰਪੈਟੇਬਿਲਿਟੀ ਕੌਣ ਚੈੱਕ ਕਰਦਾ ਹੈ ਕਿ ਮੇਰੇ ਹੀ ਜਾਤੀ ਦਾ, ਜਾਤੀ ਇਨ ਦ ਸੈਂਸ ਮੇਰੇ ਹੀ ਸਪੀਸ਼ੀਜ਼ ਦਾ ਜੋ ਪੋਲਨ ਗ੍ਰੇਨ ਹੈ ਉਹ ਆਇਆ ਜਾਂ ਨਹੀਂ ਆਇਆ, ਉसी ਦੇ ਬੇਸਿਸ ਤੇ ਪੋਲਨ ਟਿਊਬ ਬਣਦੀ ਹੈ।
उस तो बाद है स्टाइल। स्टाइल एक इलोंगेटेड पार्ट है, देखो नैरो है यानी पतला जा ਹੁੰਦਾ है, स्लैंडर है, एंड इट कनैक्ट स्टिग्मा विद ओवरी। स्टिग्मा और ओवरी ਨੂੰ ਜੋੜਨ ਦਾ ਕੰਮ ਕਰਦਾ ਹੈ। ओवरी बेसल swollen पार्ट है, ਇਹਦੇ ਅੰਦਰ ਓਵੇਰੀਅਨ ਕੈਵਿਟੀ ਹੁੰਦੀ ਹੈ ਔਰ ਉਹਦੇ ਵਿੱਚ ਅੱਗੇ ਬਹੁਤ ਸਾਰੇ ਕਮਰੇ ਚੇਂਬਰਸ ਹੁੰਦੇ, ਲੋਕਿਊਲਸ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। ਓਵਰੀ ਬੀਅਰਸ ਓਵਿਊਲਸ ਔਨ ਦ ਪੈਰਨਕਾਈਮੈਟਿਸ ਕੁਸ਼ਨ ਜਿਹਨੂੰ ਪਲਾਸੈਂਟਾ ਕਹਿੰਦੇ ਹਾਂ, ਬੇਸਿਕ 11th 'ਚ ਆਪਾਂ ਪੜ੍ਹ ਕੇ ਆਉਂਦੇ ਹਾਂ ਇਹਨਾਂ। ਇਹ ਦੇਖਣਾ ਹੈ ਕਿ ਅਗਰ ਓਵਰੀ ਦੇ ਅੰਦਰ ਇੱਕ ਓਵਿਊਲ ਹੈ, ਜਸਟ ਅ ਸੈਕਿੰਡ, ਹਾਂ, ਅਗਰ ਓਵਰੀ ਦੇ ਅੰਦਰ ਇੱਕ ਓਵਿਊਲ ਹੈ, ਉਹ ਕੀ 'ਚ ਹੁੰਦਾ, ਵੀਟ, ਪੈਡੀ, ਮੈਂਗੋ, ਲੀਚੀ ਦੇ ਅੰਦਰ। ਸੈਵਰਲ ਓਵਿਊਲਸ ਕੀ 'ਚ ਹੁੰਦੇ ਆ, ਪਪਾਇਆ, ਵਾਟਰਮੈਲਨ, ਪੋਪੀ ਦੇ ਅੰਦਰ, ਠੀਕ ਹੈ। ਹੁਣ ਆਪਾਂ ਐਕਚੁਅਲ ਆਉਂਦੇ ਹਾਂ ਮੇਨ ਟੌਪਿਕ 'ਤੇ, ਵਿਚ ਇਜ਼ ਵੈਰੀ ਇੰਪੋਰਟੈਂਟ। ਸਟਰਕਚਰ ਆਫ ਐਨ ਓਵਿਊਲ, ਮੈਗਾਸਪੋਰੈਂਜੀਅਮ। ਮੇਨ ਇੱਥੇ 5 ਮਾਰਕ ਦਾ ਕੁਐਸਚਨ ਐਮਬਰੀਓ ਸੈਕ 'ਤੇ ਆ ਸਕਦਾ ਹੈ। ਐਮਬਰੀਓ ਸੈਕ 'ਤੇ 7 ਸੈਲਡ 8 ਨਿਊਕਲੀਏਟਿਡ ਸਟੇਜ 'ਤੇ। ਸੋ ਓਵਿਊਲ ਇਜ਼ ਐਨ ਇੰਟੈਗੂਮੈਂਟਡ ਮੈਗਾਸਪੋਰੈਂਜੀਅਮ। ਇੰਟੈਗੂਮੈਂਟ ਕੀ ਹੁੰਦੀ ਹੈ, ਲੇਅਰਸ ਹੁੰਦੇ ਆ। ਡਿਸਕਸ ਕਰਦੇ ਹਾਂ, ਡਾਇਗਰਾਮ ਦੇਖਾਂਗੇ ਫਿਰ ਜ਼ਿਆਦਾ ਸਮਝ ਆਏਗਾ। ਹੈ ਡਾਇਗਰਾਮ ਉਰੇ ਹੈ, ਆਰਾਮ ਨਾਲ ਪਹਿਲਾਂ ਸਮਝੋ, ਜਾਂ ਐਕਚੁਅਲੀ ਮੈਂ ਡਾਇਗਰਾਮ ਦੱਸ ਦਿੰਦੀ ਹਾਂ, ਫਿਰ ਪਾਰਟ ਸਮਝਣ 'ਚ ਜ਼ਿਆਦਾ ਈਜ਼ੀ ਹੋਏਗਾ, ਠੀਕ ਹੈ। ਸੋ ਐਕਚੁਅਲੀ ਇੰਟੈਗੂਮੈਂਟਸ ਹੁੰਦੀਆਂ ਲੇਅਰਸ, ਆ ਦਿਖ ਰਹੀਆਂ ਨੇ, ਪਹਿਲੀ ਲੇਅਰ, ਆ ਦੂਜੀ ਲੇਅਰ, ਆ ਸੀ ਪਹਿਲੀ, ਦੂਜੀ, ਤੀਜੀ, ਇਹਦਾ ਲੇਅਰਸ ਹੁੰਦੀਆਂ, ਠੀਕ ਹੈ। ਲੇਅਰਸ ਹੈ ਆਪਣੇ ਕੋਲ। ਇਸ ਲੇਅਰਸ ਨੂੰ ਆਪਾਂ ਕੀ ਕਹਿ ਰਹੇ ਹਾਂ, ਇੰਟੈਗੂਮੈਂਟਸ। ਇੱਕ ਇੱਕ ਪਾਰਟ ਸਮਝਣਾ ਹੈ। ਇਹ ਇੰਟੈਗੂਮੈਂਟਸ ਜਿੱਥੇ ਨਹੀਂ ਪ੍ਰੈਜੈਂਟ ਹੁੰਦੀ, ਜਿੱਥੇ ਓਪਨਿੰਗ ਹੁੰਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਮਾਈਕਰੋਪਾਈਲ। ਮਾਈਕਰੋਪਾਈਲ। ਔਰ ਜਸਟ ਮਾਈਕਰੋਪਾਈਲ ਦੇ ਅਪੋਜ਼ਿਟ ਐਂਡ ਨੂੰ ਕੀ ਕਹਿੰਦੇ ਆ, ਚਲਾਜ਼ਾ। ਇਹ ਦੋ ਵਰਡ ਤੁਸੀਂ ਯਾਦ ਰੱਖਣੇ ਹੈ, ਜੋ ਮਰਜ਼ੀ ਹੋ ਜੇ, ਆਹ ਭੁੱਲ ਜਾਓ ਕੋਈ ਦਿੱਕਤ ਨਹੀਂ, ਰਹਿ ਫੇ ਇਹਨਾਂ ਨਹੀਂ ਪੁੱਛਣਗੇ। ਆਹ ਜਿਹੜਾ ਹੈ, ਆਹ ਵਿੱਚ ਆਪਣਾ ਕੀ ਪਿਆ ਸਾਰਾ, ਐਮਬਰੀਓ ਸੈਕ, ਜੋ ਆਪਾਂ ਡਿਸਕਸ ਕਰਾਂਗੇ। ਇਹਨੂੰ ਤਾਂ ਬਿਲਕੁਲ ਹੀ ਛੱਡ ਦਿਓ, ਇਹ ਤਾਂ ਆਪਾਂ ਅਲੱਗ ਤੋਂ ਡਿਸਕਸ ਕਰਾਂਗੇ। ਹੁਣ ਆਪਾਂ ਪਹਿਲਾਂ ਸਟਾਰਟ ਕਰਦੇ ਹਾਂ। ਸੋ ਹਾਂ, ਐਂਜੀਓਸਪਰਮ ਦਾ ਓਵਿਊਲ ਓਵਿਓਇਡ ਸ਼ੇਪ ਦਾ ਹੀ ਹੁੰਦਾ ਹੈ, ਵਾਈਟਿਸ਼ ਸਟਰਕਚਰ ਹੈ। ਮੈਗਾਸਪੋਰੈਂਜੀਅਮ ਇਹ ਦੇਖ ਲਓ, ਇੰਨਾ ਜ਼ਰੂਰੀ ਨਹੀਂ ਹੈ। ਮੇਨ ਜੋ ਆਪਾਂ ਗੱਲ ਕਰਨਾ ਹੈ, ਸਟਾਰਟ ਕਰਦੇ ਹਾਂ। ਅਗਰ ਕੁਛ ਰਹਿ ਵੀ ਜਾਂਦਾ ਕੋਈ ਦਿੱਕਤ ਨਹੀਂ, ਤੁਹਾਨੂੰ ਪਤਾ ਮੈਂ ਬੋਲ ਕੇ ਕਰਵਾ ਦਿੰਦੀ ਹਾਂ, ਇੰਨੀ ਟੈਨਸ਼ਨ ਨਹੀਂ ਲੈਣੀ। ਜਿਵੇਂ ਜਿਵੇਂ ਆਪਾਂ ਨਾਲ ਡਿਸਕਸ ਕਰਾਂਗੇ ਨਾ, ਪ੍ਰੋਸੈਸਿਸ ਆਉਣਗੇ, ਨਾਲ ਨਾਲ ਡਿਸਕਸ ਹੁੰਦਾ ਰਹਿੰਦਾ। ਇਟ ਅਕਰਜ਼ ਇਨਸਾਈਡ ਓਵਰੀ ਵੇਅਰ ਇਟ ਇਜ਼ ਅਟੈਚ ਟੂ, ਆਪਾਂ ਪਾਰਟਸ ਸ਼ੁਰੂ ਕਰਦੇ ਹਾਂ, ਕੁਛ ਨਹੀਂ ਹੈ, ਬਾਕੀ ਪ੍ਰੋਸੈਸਿਸ ਮੈਂ ਤੁਹਾਨੂੰ ਨਾਲ ਨਾਲ ਦੱਸੀ ਜਾਊਂਗੀ। ਫਿਊਨਿਕਲ, ਫਿਊਨਿਕਲ ਹੁੰਦੀ ਹੈ ਡੰਡੀ। ਇਟ ਇਜ਼ ਅ ਸਟਾਕ ਲਾਈਕ ਸਟਰਕਚਰ ਜੋ ਕਿ ਓਵਿਊਲ ਨੂੰ ਅਟੈਚ ਕਰਕੇ ਰੱਖਦੀ ਹੈ ਓਵਰੀ ਦੇ ਨਾਲ, ਠੀਕ ਹੈ। ਹਾਈਲਮ ਉਹ ਚੀਜ਼ ਹੈ ਜੋ ਫਿਊਨਿਕਲ ਅਤੇ ਓਵਿਊਲ ਨੂੰ ਅਟੈਚ ਕਰਦਾ ਹੈ। ਇਟ ਇਜ਼ ਦ ਪੁਆਇੰਟ ਆਫ ਅਟੈਚਮੈਂਟ ਆਫ ਬੋਡੀ ਆਫ ਓਵਿਊਲ ਵਿਦ ਦ ਫਿਊਨਿਕਲ। ਸੋ ਮਤਲਬ ਕੀ ਹੈ, ਧਿਆਨ ਨਾਲ ਦੇਖੋ ਉਰੇ, ਅਗਰ ਮੈਂਸ਼ਨ ਕੀਤਾ ਹੋਏ, ਮੇਨ ਇਹਨੇ ਦੱਸਿਆ ਹੀ ਨਹੀਂ ਹੋਇਆ। ਦੂਸਰੀ ਡਾਇਗਰਾਮ ਹੈ ਆਪਣੇ ਕੋਲ, ਨਹੀਂ ਦੂਸਰੀ ਡਾਇਗਰਾਮ ਵੀ ਨਹੀਂ ਹੈ। ਮੈਂ ਤੁਹਾਨੂੰ ਡਾਇਰੈਕਟ ਸਮਝਾ ਦਿੰਦੀ ਹਾਂ, ਜ਼ਿਆਦਾ ਕੁਛ ਨਹੀਂ ਹੈ। ਦੇਖੋ ਅਗਰ ਮੇਰੇ ਕੋਲ ਇੱਦਾਂ ਓਵਿਊਲ ਹੈ ਤਾਂ ਬੇਸਿਕਲੀ ਇਫ ਦਿਸ ਇਜ਼ ਮਾਈ ਫਿਊਨਿਕਲ, ਕਿਉਂਕਿ ਸਟਾਕ ਹੈ, ਦਿਸ ਇਜ਼ ਮਾਈ ਓਵਿਊਲ, ਤਾਂ ਆਹ ਵਾਲਾ ਪੁਆਇੰਟ ਜਿੱਥੇ ਇੰਟਰਸੈਕਟ ਕਰ ਰਹੇ ਦੈਟ ਇਜ਼ ਹਾਈਲਮ, ਠੀਕ ਹੈ। ਇਟ ਇਜ਼ ਅ ਪੁਆਇੰਟ ਆਫ ਅਟੈਚਮੈਂਟ ਆਫ ਬੋਡੀ ਆਫ ਓਵਿਊਲ ਵਿਦ ਦ ਫਿਊਨਿਕਲ। ਰੈਫੇ, ਇਟ ਇਜ਼ ਦ ਲੌਂਗੀਟਿਊਡਨਲ ਰਿਜ formed by the lengthwise fusion of funicle with the body of ਓਵਿਊਲ। ਨਹੀਂ ਪੁੱਛਦੇ, ਇੰਨਾ ਨਹੀਂ ਆਏਗਾ, ਛੱਡ ਸਕਦੇ ਹੋ ਪੁਆਇੰਟ। ਨਿਊਸੈਲਸ, ਨਿਊਸੈਲਸ ਇੰਪੋਰਟੈਂਟ ਹੈ। ਨਿਊਸੈਲਸ ਇਜ਼ ਦ ਬੋਡੀ ਆਫ ਓਵਿਊਲ। ਤੁਸੀਂ ਦੇਖੋ ਦ ਮੇਨ ਪੁਆਇੰਟ, ਅਗਰ ਮੈਂ ਤੁਹਾਨੂੰ ਸਾਰਾ ਇਰੇਜ਼ ਕਰਦਾ ਨਾ ਐਕਸਟਰਾ, ਦ ਐਕਚੁਅਲ ਸਭ ਤੋਂ ਜ਼ਿਆਦਾ ਜੋ ਇਹ 'ਚ ਭਰਿਆ ਹੋਇਆ ਨਿਊਸੈਲਸ ਹੈ। ਤੁਸੀਂ MMC ਪੜ੍ਹੀ ਸੀ ਨਾ, ਮਾਈਕਰੋਸਪੋਰ ਮਦਰ ਸੈੱਲ। ਇੱਥੇ ਮਦਰ ਸੈੱਲ ਕੌਣ ਹੈ, ਨਿਊਸੈਲਸ ਤੇ ਸੈੱਲਸ ਹੈ। ਸੋ ਇਟ ਇਜ਼ ਇੰਪੋਰਟੈਂਟ, ਠੀਕ ਹੈ। ਆਪਾਂ ਡਿਸਕਸ ਵੀ ਕਰਦੇ ਹਾਂ ਕੀ ਲਿਖਿਆ ਹੋਇਆ ਉਰੇ, ਦੈਟ ਇਹ ਪੈਰਨਕਾਈਮੈਟਸ ਸੈੱਲਸ ਦਾ ਮਾਸ ਹੈ, ਇਹਨੂੰ ਆਪਾਂ ਨਿਊਸੈਲਸ ਕਹਿੰਦੇ ਹਾਂ। ਅਬੰਡੈਂਟ ਰਿਜ਼ਰਵ ਫੂਡ ਮਟੀਰੀਅਲ ਹੈ, ਇਹ ਵੀ ਪੁਆਇੰਟ ਯਾਦ ਰੱਖਣੇ। ਅਬੰਡੈਂਟ ਫੂਡ ਰਿਜ਼ਰਵ ਮਟੀਰੀਅਲ ਹੈ, ਯਾਨੀ ਕਿ ਇਸ 'ਚ ਭਰ ਭਰ ਕੇ ਖਾਣਾ ਰੱਖਿਆ ਹੋਇਆ ਹੈ, ਵਿਚ ਪ੍ਰੋਵਾਈਡਸ ਨਰਿਸ਼ਮੈਂਟ ਟੂ ਡਿਵੈਲਪਿੰਗ ਐਮਬਰੀਓ। ਦਿਸ ਪੁਆਇੰਟ ਇਜ਼ ਇੰਪੋਰਟੈਂਟ ਕਿਉਂਕਿ ਅੱਗੇ ਵੀ ਰਿਪੀਟ ਹੋਏਗਾ। ਅਗਰ ਕਿਸੇ ਨੇ ਚੈਪਟਰ ਪੜ੍ਹਿਆ ਹੋਇਆ, ਪੈਰੀਸਪਰਮ ਬਾਰੇ ਪਤਾ ਹੋਏਗਾ, ਟੈਲ ਮੀ ਇਨ ਦ ਕਮੈਂਟਸ ਰਾਈਟ ਨਾਓ ਅਗਰ ਕਿਸੇ ਨੂੰ ਪਤਾ ਹੈ ਤਾਂ। ਵੈਸੇ ਆਪਾਂ ਡਿਸਕਸ ਕਰਨਾ ਹੈ। ਐਮਬਰੀਓ ਸੈਕ, ਇਟ ਇਜ਼ ਲੋਕੇਟਡ ਇਨ ਦ ਨਿਊਸੈਲਸ। ਨਿਊਸੈਲਸ ਦੇ ਵਿੱਚ ਹੀ ਐਮਬਰੀਓ ਸੈਕ ਪਿਆ ਦਿਖ ਰਿਹਾ ਨਾ, ਆਹ ਸਾਰਾ ਐਮਬਰੀਓ ਸੈਕ ਹੈ। ਔਰ 8 ਨਿਊਕਲੀਏਟਿਡ 7 ਸੈਲਡ ਸਟੇਜ ਆ। ਦੇਖੋ ਮੈਂ ਤੁਹਾਨੂੰ ਉਰੇ ਪਹਿਲਾਂ ਵੀ ਦੱਸਿਆ ਸੀ, 8 ਨਿਊਕਲੀਏਟਿਡ 7 ਸੈਲਡ ਸਟੇਜ ਹੈ। ਮੈਂ 7 ਸੈਲਡ ਔਰ 8 ਨਿਊਕਲੀਏਟ ਬੋਲ ਰਹੀ ਸੀ, ਬੋਥ ਮੀਨ ਦ ਸੇਮ, ਠੀਕ ਹੈ। ਬਸ 7 ਸੈੱਲ ਹੁੰਦੇ, 8 ਨਿਊਕਲੀਅਸ ਹੁੰਦੇ, ਇਹ ਪਤਾ ਹੋਣਾ ਚਾਹੀਦਾ। ਨੈਕਸਟ ਇਜ਼ ਇੰਟੈਗੂਮੈਂਟਸ ਦੀ ਗੱਲ ਕਰੀਏ, ਆਊਟਰ 1 ਔਰ 2 ਪ੍ਰੋਟੈਕਟਿਵ ਕਵਰਿੰਗ ਆਫ ਓਵਿਊਲ, ਜਿਹਨੂੰ ਆਪਾਂ ਇੰਟੈਗੂਮੈਂਟ ਕਹਿੰਦੇ ਹਾਂ। ਮਾਈਕਰੋਪਾਈਲ ਮੈਂ ਦੱਸ ਚੁੱਕੀ ਹਾਂ, ਨੈਰੋ ਪੋਰ ਹੁੰਦਾ, ਓਪਨਿੰਗ ਹੁੰਦੀ ਹੈ ਜਿੱਥੇ ਪੋਲਨ ਟਿਊਬ ਐਂਟਰ ਕਰਦੀ ਹੈ। ਚਲਾਜ਼ਾ ਉਹਦਾ ਅਪੋਜ਼ਿਟ ਪਾਰਟ ਹੁੰਦਾ, ਇਟ ਲਾਈਜ਼ ਐਟ ਦਾ ਅਪੋਜ਼ਿਟ ਐਂਡ ਆਫ ਮਾਈਕਰੋਪਾਈਲ, ਜਾਂ ਇਹਨੂੰ ਬੇਸਲ ਸਵੋਲਨ ਪਾਰਟ ਵੀ ਕਹਿ ਸਕਦੇ ਹਾਂ ਨਿਊਸੈਲਸ ਦਾ, ਠੀਕ ਹੈ। ਔਰ ਇੰਟੈਗੂਮੈਂਟ ਇੱਥੋਂ ਹੀ ਸ਼ੁਰੂ ਹੁੰਦੀ ਹੈ।
ਨੈਕਸਟ ਇਜ਼ ਓਵਿਊਲ ਦੀ ਟਾਈਪਸ। ਇਹ ਵੈਸੇ ਨੌਲੇਜ ਲਈ ਪਤਾ ਹੋਣਾ ਚਾਹੀਦਾ। ਆਈ ਡੋਂਟ ਥਿੰਕ ਸਰ ਬੋਰਡ 'ਚ ਪੁੱਛਣਗੇ, ਨਹੀਂ ਪੁੱਛਣਗੇ, ਠੀਕ ਹੈ। ਫਿਰ ਵੀ ਕਰ ਪੜ੍ਹਾਉਣਾ ਮੇਰਾ ਫਰਜ਼ ਹੈ। ਡਿਪੈਂਡਿੰਗ ਅਪੋਨ ਦ ਕੌਨਫੀਗਰੇਸ਼ਨ ਐਂਡ ਓਰੀਐਂਟੇਸ਼ਨ, ਯਾਨੀ ਉਹ ਕਿਸ ਤਰ੍ਹਾਂ ਪਿਆ ਹੈ। ਆਪਾਂ ਫਿਊਨੀਕਲ ਦੇ ਅਕੋਰਡਿੰਗ ਆਪਾਂ ਦੱਸਾਂਗੇ 6 ਟਾਈਪ ਆਫ ਓਵਿਊਲ: ਆਰਥੋਟ੍ਰੋਪਸ, ਐਨਾਟ੍ਰੋਪਸ, ਹੈਮੀਟ੍ਰੋਪਸ, ਦੈਨ ਕੈਂਪਾਈਲੋਟ੍ਰੋਪਸ, ਐਮਫੀਟ੍ਰੋਪਸ ਐਂਡ ਕਿਰਸੀਨੋਟ੍ਰੋਪਸ ਓਵਿਊਲ, ਠੀਕ ਹੈ। ਵੈਸੇ ਨਹੀਂ ਪੁੱਛਦੇ। ਅਗਰ ਤੁਸੀਂ ਟੌਪਿਕ ਕੋਈ ਛੱਡਣਾ ਚਾਹੋਗੇ ਇਸ ਚੈਪਟਰ 'ਚ ਤਾਂ ਇਹ ਟੌਪਿਕ ਤੁਸੀਂ ਬਿਲਕੁਲ ਸਕਿਪ ਕਰ ਸਕਦੇ ਹੋ, ਮੈਂ ਇਹਨੂੰ ਪੜ੍ਹਾਉਂਗੀ, ਠੀਕ ਹੈ। ਸੋ ਆਰਥੋਟ੍ਰੋਪਸ ਦੇ ਵਿੱਚ ਓਵਿਊਲ ਜੋ ਇਰੈਕਟ ਹੁੰਦਾ, ਸਿੱਧਾ ਖੜਾ ਹੁੰਦਾ, ਲਾਈਕ ਦਿਸ। ਦ ਬੋਡੀ ਆਫ ਓਵਿਊਲ ਇਜ਼ ਸਟ੍ਰੇਟ। ਇਨ ਦਿਸ ਟਾਈਪ ਆਫ ਓਵਿਊਲ ਮਾਈਕਰੋਪਾਈਲ, ਚਲਾਜ਼ਾ ਅਤੇ ਫਿਊਨੀਕਲ ਸੇਮ ਵਰਟੀਕਲ ਐਕਸਿਸ 'ਤੇ ਆ ਰਹੇ ਹੈ। ਆਹ ਸੀ ਤੁਹਾਡਾ ਮਾਈਕਰੋਪਾਈਲ, ਆਈ ਸੀ ਚਲਾਜ਼ਾ, ਔਰ ਇੰਟੈਗੂਮੈਂਟਸ ਵੀ ਥੋੜੀ ਬਿਲकुल सेम एक्सिस पे हैं, सेम वर्टिकल एक्सिस, ठीक है। एंड एग्जांपल ਤੁਹਾਨੂੰ ਦਿੱਤੀ ਹੋਈ ਹੈ ਪੋਲੀਗੋਨਮ। ਐਨਾਟ੍ਰੋਪਸ ਦੇ ਵਿੱਚ ਕੰਪਲੀਟਲੀ ਉਲਟਾ 180 ਡਿਗਰੀ, ਦੇਖਿਆ 180 ਡਿਗਰੀ ਆਫ ਕਰਵੇਚਰ ਹੁੰਦਾ ਹੈ। ਮਾਈਕਰੋਪਾਈਲ ਬਿਲਕੁਲ ਹੀ ਹਾਈਲਮ ਨਾਲ ਜੁੜਿਆ ਹੋਇਆ ਹੈ ਐਂਡ ਫੇਸਿਸ ਡਾਊਨਵਰਡਸ, ਮੂੰਹ ਨੀਚੇ ਹੈ। ਮਾਈਕਰੋਪਾਈਲ ਤੇ ਚਲਾਜ਼ਾ ਹਜੇ ਵੀ ਸੇਮ ਐਕਸਿਸ ਤੇ ਹੈ, ਠੀਕ ਹੈ। ਇਹਦੀ ਐਗਜ਼ਾਮਪਲ ਹੈ ਹੈਲੀਐਂਥਿਸ। ਨੈਕਸਟ ਇਜ਼ ਹੈਮੀਟ੍ਰੋਪਸ ਓਵਿਊਲ। ਇੱਥੇ ਦ ਬੋਡੀ ਆਫ ਓਵਿਊਲ ਇਜ਼ ਟਰਨਡ ਓਨਲੀ ਹਾਫ, ਪੂਰਾ 180 ਤੱਕ ਨਹੀਂ ਆਇਆ, ਇੱਥੇ ਹੀ ਰੁਕ ਗਿਆ, ਠੀਕ ਹੈ। ਐਂਡ ਇਹ ਰਾਈਟ ਐਂਗਲ 'ਤੇ ਆ ਗਿਆ, 90 ਡਿਗਰੀ 'ਤੇ ਆ ਗਿਆ। ਇਹਦੀ ਐਗਜ਼ਾਮਪਲ ਦਿੱਤੀ ਹੋਈ ਹੈ ਰੈਨਨਕੁਲਸ। ਉਸ ਤੋਂ ਬਾਅਦ ਹੈ ਕੈਂਪਾਈਲੋਟ੍ਰੋਪਸ। the body of ovule becomes curved so that micropyle and chalaza come to lie on either side of funicle। दिखानी है मतलब ये diagram, आ देखो, this is the diagram किस चीज़ दी, this is the diagram of campylotropus, ठीक है। ਉਸ ਤੋਂ ਬਾਅਦ ਇਹਦੀ ਐਗਜ਼ਾਮਪਲ ਹੈ ਮਸਟਰਡ। ਐਮਫੀਟ੍ਰੋਪਸ ਦੇ ਵਿੱਚ ਪ੍ਰੋਮੀਨੈਂਟ ਕਰਵੇਚਰ ਹੁੰਦਾ ਹੈ। ਬੇਸਿਕਲੀ ਹਾਰਸ ਦੇ ਸ਼ੂ ਸ਼ੇਪ, ਹਾਰਸ ਦੇ ਸ਼ੂ ਦੀ ਸ਼ੇਪ ਦੇਖਿਆ ਇਹ ਤੁਹਾਨੂੰ ਵੈਸੇ ਪਤਾ ਹੋਣੀ ਚਾਹੀਦੀ ਹੈ, ਤੁਹਾਡੇ 11th 'ਚ ਵੀ ਪੜ੍ਹਿਆ ਹੋਏਗਾ ਬੋਨਸ ਵਾਲੇ ਚੈਪਟਰ ਦੇ ਵਿੱਚ, ਹਾਰਸ ਸ਼ੂ ਸ਼ੇਪ। ਸੋ ਹਾਰਸ ਸ਼ੂ ਸ਼ੇਪ ਜੋ ਹੈ ਉਹ ਬਣ ਜਾਂਦੀ ਹੈ ਐਂਡ ਐਮਬ੍ਰੀਓ ਸੈਕ ਵੀ ਕਰਵ ਹੋ ਜਾਂਦਾ ਹੈ। ਇੱਥੇ ਮਾਈਕਰੋਪਾਈਲ, ਚਲਾਜ਼ਾ ਅਤੇ ਹਾਈਲਮ ਤਿੰਨੋਂ ਇੱਕ ਦੂਜੇ ਦੇ ਨੇੜੇ ਲੱਗ ਜਾਂਦੇ ਆ, ਦੇਖੋ ਇੱਥੇ ਹੀ ਆ ਸਾਰੇ, ਇੱਕ ਹੀ ਉਸ 'ਚ ਨੇੜੇ ਨੇੜੇ ਹੈ, ਬਿਲਕੁਲ ਕਲੋਜ਼ ਹੈ। they do not lie on the same axis because they are very close to each other। next is Crisanotropus ovule। ovule straight है with micropyle facing upwards। माइक्रोफाइल ऊपर चला गया, ये इस तरह रोटेट होया है, समझ आ रहा है कि माइक्रोपाइल ऊपर चला गया, फ्यूनिकल पूरा इलोंगेट हो गया कंप्लीटली ही, पूरे ही ओव्यूल ਨੂੰ किने कवर कर रखा है, फ्यूनिकल ने कवर कर रखा, देखो पूरे ही ओव्यूल ਨੂੰ फ्यूनिकल ने कवर कर रखा है। एग्जाम्पल ਇਹਦੀ ओपेंशिया। ਹੁਣ ਆਪਾਂ ਆਨੇ ਇੰਪੋਰਟੈਂਟ, ਵੈਰੀ 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 ਇੰਪੋਰਟੈਂਟ ਟੌਪਿਕ ਤੇ, ਵਿਚ ਇਜ਼ ਮੈਗਾਸਪੋਰੋਜੈਨੇਸਿਸ, the process of formation of 4 haploid megaspores from one diploid megaspore mother cell through meiosis। ਇੱਥੇ ਇੰਪੋਰਟੈਂਟ ਪੁਆਇੰਟ ਜੋ ਗੌਰ ਕਰਨੀ ਹੈ 1 ਤੇ ਕਰਨੀ ਹੈ, this is known as monosporic development। ਇਹ ਪੁਆਇੰਟ ਮੈਂ ਦੱਸਣ ਲੱਗੀ ਸੀ ਪਰ ਉਹ ਲਿਖਿਆ ਹੋਇਆ ਹੈ, monosporic development ਹੁੰਦੀ ਹੈ। ਦੇਖੋ ਐਕਚੁਅਲੀ ਤੁਹਾਨੂੰ ਮੈਂ ਕਨਸੈਪਟ ਹੀ ਦੱਸਦੀ ਹਾਂ ਕਿਉਂ ਹੁੰਦਾ ਇੱਦਾਂ। ਦੇਖੋ ਆਪਣਾ ਪੋਲਨ ਗ੍ਰੇਨ ਬਹੁਤ ਜ਼ਿਆਦਾ ਅਮਾਊਂਟ 'ਚ ਬਣਦੇ ਹੈ ਔਰ ਕੰਪੈरेटिव ਅਗਰ ਤੁਸੀਂ ਓਵਿਊਲਸ, ਐਮਬਰੀਓਸੈਕ, ਇਹ ਸਾਰੀ ਚੀਜ਼ਾਂ ਦੇਖੋਗੇ ਬਹੁਤ ਘੱਟ ਹੁੰਦੇ ਹੈ। ਕਿਉਂ? ਕਿਉਂਕਿ ਪੋਲਨ ਗ੍ਰੇਨ ਦਾ ਆਪਣੀ ਐਗ ਸੈੱਲ ਨਾਲ ਮਿਲਣਾ, ਮਤਲਬ ਮੇਲ ਗੈਮੀਟ ਦਾ ਐਗ ਸੈੱਲ ਨਾਲ ਮਿਲਣਾ, ਇਟ ਇਜ਼ ਅ ਚਾਂਸ ਫੈਕਟਰ। ਕੋਈ ਐਸਾ ਸ਼ੋਰਟ ਮੇਰੀ ਵਹੀਕਲ ਨਹੀਂ ਹੈ, ਕੋਈ ਟ੍ਰੇਨ ਨਹੀਂ ਨਾ ਜਾਂਦੀ ਕਿ ਮੈਨੂੰ ਜੋ ਕਹਿ ਦੇ ਕਿ ਹਾਂ ਇਹ ਤਾਂ ਹੋਏਗਾ ਹੀ ਹੋਏਗਾ। ਫਿਰ ਗੋਡ ਨੇ ਕੀ ਕੀਤਾ, ਕਿਉਂਕਿ ਜੋ ਆਪਣਾ ਐਗ ਸੈੱਲ ਹੈ, ਐਮਬਰੀਓਸੈਕ ਹੈ, ਉਹ ਤਾਂ ਉੱਥੇ ਬੈਠਾ, ਉਹ ਤਾਂ ਨਹੀਂ ਹਿਲ ਰਿਹਾ। ਜਾ ਕੌਣ ਰਿਹਾ, ਪੋਲਨ ਗ੍ਰੇਨ ਜਾਂ ਮੇਲ ਗੈਮੀਟ। ਸੋ ਉਹਨਾਂ ਨੇ ਇਹਨੂੰ ਜ਼ਿਆਦਾ ਬਣਾਤਾ ਵੀ ਕੋਈ ਨਾ ਕੋਈ ਤਾਂ ਪਹੁੰਚੇਗਾ, ਔਰ ਇੱਧਰ ਇੱਕ ਹੀ ਰੱਖਿਆ ਤਾਂ ਕਿ ਜ਼ਿਆਦਾ ਇਹਨੂੰ ਫਰਟੀਲਾਈਜ਼ ਕਰਨ ਦੀ ਨੀਡ ਨਾ ਪਏ। ਇਹ ਚੀਜ਼ ਤੁਹਾਨੂੰ ਅੱਗੇ ਸਮਝ ਆਏਗੀ ਜਦੋਂ ਆਪਾਂ ਪੋਲੀਨੇਟਿੰਗ ਏਜੰਟਸ ਦੀ ਗੱਲ ਕਰਾਂਗੇ। ਮੇਨ ਤੁਹਾਨੂੰ ਇੰਨਾ ਸਮਝਣਾ ਹੈ, 4 ਹੈਪਲੋਇਡ ਮੈਗਾਸਪੋਰ ਬਣਨਗੇ ਇੱਕ ਡਿਪਲੋਇਡ ਮੈਗਾਸਪੋਰ ਮਦਰ ਸੈੱਲ ਤੋਂ। ਮੈਗਾਸਪੋਰ ਮਦਰ ਸੈੱਲ ਲੈ ਲਈ, ਮੈਗਾਸਪੋਰ ਵਾਲੀ ਬੜੀ ਵਾਲੀ ਮਦਰ ਸੈੱਲ ਯਾਨੀ ਫੀਮੇਲ ਵਾਲੀ ਜੋ ਮਦਰ ਸੈੱਲ ਲੈ ਲਈ, ਡਿਪਲੋਇਡ ਹੈ, ਇਹ 'ਚ ਮੀਓਸਿਸ ਹੋਈ, 4 ਹੈਪਲੋਇਡ ਮੈਗਾਸਪੋਰਸ ਬਣਨਗੀਆਂ। ਇਟ ਅਕਰਸ ਇਨਸਾਈਡ ਦ ਨਿਊਸੈਲਸ of developing ovule of angiosperms। ਨਿਊਸੈਲਸ ਦਾ ਹੀ ਕੋਈ ਇੱਕ ਸੈੱਲ ਆਉਂਦਾ ਹੈ, ਸਾਰੀ ਨਿਊਸੈਲਸ ਦੇ ਸੈੱਲਸ ਡਿਵਾਈਡ ਨਹੀਂ ਕਰਦੇ, ਦੇ ਡੂ ਨਾਟ ਸ਼ੋ ਮਿਓਸਿਸ, ਐਵਰੀ ਸੈੱਲ ਡਜ਼ ਨਾਟ ਸ਼ੋ ਮਿਓਸਿਸ। ਤੁਹਾਡੇ ਡਿਪਲੋਇਡ ਮੈਗਾਸਪੋਰ ਮਦਰ ਸੈੱਲ ਨੇ ਮਿਓਟਿਕ ਡਿਵੀਜ਼ਨ ਕੀਤੀ, ਟੈਟਰਾਡੀਆ 4 ਹੈਪਲੋਇਡ ਮੈਗਾਸਪੋਰ ਬਣਾਤੇ, ਆ ਸੀਗਾ ਮੈਗਾਸਪੋਰ ਮਦਰ ਸੈੱਲ, ਬਾਕੀ ਨਿਊਸੈਲਸ ਪ੍ਰੋਮੀਨੈਂਟ ਹੈ ਉਵੇਂ ਹੀ ਹੈ। ਆ ਤੁਹਾਡਾ ਡਾਇਆਡ ਬਣ ਗਿਆ, ਟੈਟਰਾਡ ਬਣ ਗਿਆ, ਯਾਨੀ ਕਿ ਪਹਿਲਾਂ ਐਕਚੁਅਲੀ ਤੁਹਾਨੂੰ ਪਤਾ ਹੋਏਗਾ ਮਿਓਸਿਸ 1 ਹੁੰਦੀ ਹੈ, ਫਿਰ ਮਿਓਸਿਸ 2 ਹੁੰਦੀ ਹੈ, ਰਾਈਟ। ਪਹਿਲਾਂ 2 ਸੈੱਲ ਬਣਦੇ, ਫਿਰ 2 ਤੋਂ ਅੱਗੇ 4 ਬਣਦੇ, ਅਗਰ ਪੜ੍ਹੀ ਹੋਏ 11th 'ਚ ਕਦੇ, ਠੀਕ ਹੈ। ਸੋ ਇਨ ਮੈਜੋਰਿਟੀ ਆਫ ਫਲਾਵਰਿੰਗ ਪਲਾਂਟਸ ਓਨਲੀ one of the megaspore is situated toward at the chalazal end and remains functional। ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਐਂਡ ਦੇ ਵਿੱਚ
मोस्ट प्रोबेबली एक ही एग सैल एक ही एम्ब्रियो सैक बने। सो वट वी मेक श्योर इज़ कि तिन्न जेह्ड़े ने ओह् मर जान। जेह्ड़े माइक्रोस्पोर वाली साइड ते तिन्न होंदे ऐ एह् डीजनरेट कर दिंदे ऐ। सिर्फ चलाजल एंड वाला एक जेह्ड़ा अपना मेगास्पोर है ओह् फंक्शनल रैंह्दा है, ठीक है। Only the functional megaspore develops into female gametophyte या embryo sac. This method of development of embryo sac क्योंकि सिंगल ही फंक्शनल बच रहा है, दैट्स वाई इट इज नोन एज मोनोस्पोरिक डेवलपमेंट ऑफ embryo sac, ठीक है। ਹੁਣ ਆਪਾਂ ਇਹਦੀ ਅੱਗੇ ਡਿਵੈਲਪਮੈਂਟ ਕਰਨੀ ਹੈ, ਕਿਵੇਂ ਆਪਾਂ ਇਹਨੂੰ 7 ਸੈਲਡ 8 ਨਿਊਕਲੀਏਟਿਡ ਤੱਕ ਪਹੁੰਚਾਵਾਂਗੇ ਉਹਦੀ ਗੱਲ ਕਰਦੇ ਹਾਂ। ਸਿੰਪਲੀ ਮਾਈਟੋਸਿਸ ਕਰਨੀ ਹੈ, ਹੋਰ ਕੁਛ ਨਹੀਂ ਕਰਨਾ, ਕਿਉਂਕਿ ਦੇ ਆਰ ਆਲਰੇਡੀ ਹੈਪਲॉइड, ਤਾਂ ਮਾਈਟੋਸਿਸ ਹੀ ਹੋਏਗੀ। ਆ ਦੇਖੋ, 1 ਤੋਂ 2 ਨਿਊਕਲੀਅਸ ਬਣ ਗਏ, 2 ਤੋਂ 4, 4 ਤੋਂ 8। ਹੁਣ ਇਹ ਰੈਂਡਮ ਅਰੇਂਜ ਹੋ ਜਾਂਦਾ, 4 ਇੱਧਰ 4 ਇੱਧਰ, ਫਿਰ ਇਹਨਾਂ ਦੇ ਆਲੇ ਦੁਆਲੇ ਆ ਜਾਂਦੇ ਹੈ ਸਾਈਟੋਕਾਈਨ, ਕੀ ਕਹਿੰਦੇ ਆ ਵਰਡ ਭੁੱਲ ਗਈ, ਹਜੇ ਤੱਕ ਕੈਰੀਓਕਾਈਨੇਸਿਸ ਚੱਲ ਰਹੀ ਸੀ, ਉਹ ਸਾਈਟੋਕਾਈਨੇਸਿਸ ਹੁੰਦੀ ਆਈ ਗੈਸ। ਬੇਸਿਕਲੀ ਸੈਲ ਵਾਲ ਫਾਰਮੇਸ਼ਨ ਹੁੰਦੀ ਹੈ, ਮੇਰੇ ਐਕਚੁਅਲ ਵਰਡ ਧਿਆਨ 'ਚ ਨਹੀਂ ਆ ਰਿਹਾ। ਸੈਲ ਵਾਲ ਫਾਰਮੇਸ਼ਨ ਹੋ ਜਾਂਦੀ ਹੈ। ਹੁੰਦਾ ਕੀ ਹੈ, 4 ਦੀ ਬਜਾਏ 3 ਉੱਪਰ ਰਹਿ ਜਾਂਦੇ ਹੈ। ਉੱਪਰ ਨਹੀਂ ਯਾਦ ਰੱਖਣਾ, ਮਾਈਕਰੋਪਾਈਲਰ ਐਂਡ ਯਾਦ ਰੱਖਣਾ। 3 ਚਲਾਜ਼ਲ ਐਂਡ 'ਤੇ ਰਹਿ ਜਾਂਦੇ ਹੈ, ਨਾਮ ਯਾਦ ਮੈਂ ਕਰਵਾਨੀ ਹਾਂ, ਪਹਿਲਾਂ ਇੱਕ ਵਾਰ ਸਮਝ ਲਓ। ਔਰ 2 ਸੈਂਟਰ 'ਚ ਰਹਿ ਜਾਂਦੇ ਹੈ। ਅਰੇ ਮੈਂ ਇਰੇਜ਼ਰ ਚੂਜ਼ ਕਰ ਰਹੀ, ਹੋ ਹੀ ਨਹੀਂ ਰਹੀ। ਓਕੇ, ਲੈਟਸ ਡਿਸਕਸ ਇਟ ਵਿਦ ਕਲੀਅਰ ਥਿੰਗਸ। ਹੁੰਦਾ ਕੀ ਹੈ, ਮਾਈਕਰੋਪਾਈਲ ਵਾਲੀ ਸਾਈਡ 'ਤੇ ਜਿਹੜੇ 3 ਸੈਲਸ ਆਉਂਦੇ ਹੈ, ਉਹ 'ਚੋਂ 2 ਬਣ ਜਾਂਦੇ ਆ ਸਿਨਰਜਿਡ। ਸਿਨਰਜਿਡ ਦੇ ਵਿੱਚ ਲੱਗੇ ਹੁੰਦੇ ਆ ਫਿਲੀਫਾਰਮ ਅਪੈਰੇਟਸ, ਜਿਹਦੀ ਆਪਾਂ ਅੱਗੇ ਗੱਲ ਕਰਾਂਗੇ। ਇੱਕ ਬਣ ਜਾਂਦਾ ਆਪਣਾ ਐਗ ਸੈਲ। ਬਚੇ ਹੋਏ 2 ਨਿਊਕਲੀਅਸ ਸੈਂਟਰ 'ਚ ਆ ਕੇ ਸੈਂਟਰਲ ਸੈਲ ਬਣ ਜਾਂਦੇ ਹੈ। ਔਰ ਇੱਧਰ ਵਾਲੇ ਜੋ 3 ਹੁੰਦੇ ਨੇ ਵਿਚ ਐਂਡ ਚਲਾਜ਼ਲ ਐਂਡ ਵਾਲੇ, ਦੇ ਬਿਕਮ ਐਂਟੀਪੋਡਲ ਸੈਲਸ, ਠੀਕ ਹੈ। ਆ ਦੇਖੋ ਨੈਕਸਟ ਡਾਇਗਰਾਮ 'ਚ ਚਲਾਜ਼ਲ ਉੱਪਰ ਦਿਖਾਇਆ, ਸੋ ਉੱਪਰ ਨੀਚੇ ਤਾਂ ਕਰੋਗੇ ਕਨਫਿਊਜ਼ਨ ਗਲਤ ਹੋ ਜਾਏਗੀ। ਚਲਾਜ਼ਲ ਐਂਡ 'ਤੇ ਐਂਟੀਪੋਡਲ ਹੁੰਦੇ ਆ 3, ਅਸੀਂ ਪਾਈਲਰ ਐਂਡ 'ਤੇ ਸਿਨਰਜਿਡ ਸੈਲਸ ਹੁੰਦੇ, ਵਿੱਚ ਇਹਨਾਂ ਦੇ ਫਿਲੀਫਾਰਮ ਅਪੈਰੇਟਸ ਲੱਗੇ ਹੁੰਦੇ ਵਿੱਚ ਗਾਈਡ ਦ ਪੋਲਨ ਟਿਊਬ, ਠੀਕ ਹੈ, ਕਿ ਹਾਂ ਬਈ ਇੱਧਰ ਇੱਧਰ ਆਉਣਾ ਹੈ। 2 ਪੋਲਰ ਨਿਊਕਲੀਆਈ, ਜਾਂ ਜਿਹਨੂੰ ਆਪਾਂ ਸੈਂਟਰਲ ਸੈੱਲ ਕਹਿ ਸਕਦੇ ਹਾਂ, ਜਾਂ 2 ਪੋਲਰ ਨਿਊਕਲੀਆਈ, ਠੀਕ ਹੈ। ਆ ਆਪਣਾ ਐਗ ਸੈਲ ਜਿਹਨੇ ਵਿਚ ਇਜ਼ ਦਾ ਫੀਮੇਲ ਗੈਮੇਟ ਆਪਣਾ, ਠੀਕ ਹੈ। ਆ ਉਹੀ ਇੰਗਲਿਸ਼ 'ਚ ਲਿਖਿਆ ਹੋਇਆ ਜੋ ਥਿਓਰੀ 'ਚ ਤੁਸੀਂ ਲਿਖਣਾ, ਪੁਆਇੰਟ ਐਜ਼ ਇਟ ਇਜ਼ ਮੈਂ ਰੀਡ ਕਰ ਦਿੰਦੀ ਇੱਕ ਵਾਰੀ। ਦੀਜ਼ ਨਿਊਕਲੀਆਈ ਮੂਵ ਟੂ ਦ ਅਪੋਜ਼ਿਟ ਪੋਲਸ। ਇੱਕ ਮਾਈਕਰੋਪਾਈਲਰ ਐਂਡ 'ਤੇ ਚਲਾ ਗਿਆ, ਇੱਕ ਚਲਾਜ਼ਲ ਐਂਡ 'ਤੇ ਚਲਾ ਗਿਆ, 2 ਨਿਊਕਲੀਏਟ ਬਣ ਗਿਆ, 2 ਤੋਂ 4, 4 ਤੋਂ 8। 8 ਬਣਨ ਤੋਂ ਬਾਅਦ ਸੈਲ ਵਾਲ ਫਾਰਮੇਸ਼ਨ ਹੋਏਗੀ। ਪਹਿਲਾਂ ਫਰੀ ਨਿਊਕਲੀਅਰ ਚੱਲ ਰਹੀ ਸੀ, ਉਸ ਤੋਂ ਬਾਅਦ ਸੈਲ ਵਾਲ ਆ ਗਈ। 6 ਆਫ ਦ 8 ਨਿਊਕਲੀਆਈ ਕੋਲ ਸੈਲ ਵਾਲ ਮਿਲਦੀ ਹੈ, ਵਿਚਾਲੇ ਵਾਲੇ 2 ਨੂੰ ਸੈਲ ਵਾਲ ਨਸੀਬ ਨਹੀਂ ਹੁੰਦੀ, ਇਸੀ ਕਰਕੇ ਉਹਨੂੰ ਸੈਂਟਰਲ ਸੈਲ ਦਾ ਨਾਮ ਦਿੱਤਾ ਕਿ ਵਿਚਾਲੇ ਆ ਗਿਆ। ਰਿਮੇਨਿੰਗ 2 ਨਿਊਕਲੀਆਈ ਜਿਹਨੂੰ ਆਪਾਂ ਪੋਲਰ ਨਿਊਕਲੀਆਈ ਕਹਿ ਰਹੇ ਸੀ, ਉਹ ਸੈਂਟਰ 'ਚ ਆ ਜਾਂਦੇ ਹੈ। ਔਰ ਇਹ ਸੈਪਰੇਟ ਵੀ ਰਹਿ ਸਕਦੇ ਹੈ, 2 ਅਲੱਗ-ਅਲੱਗ ਪੋਲਰ ਨਿਊਕਲੀਆਈ, ਜਾਂ ਇੱਕ ਦੂਜੇ ਨਾਲ ਫਿਊਜ਼ ਹੋ ਕੇ ਡਿਪਲੋਇਡ ਸੈਕੰਡਰੀ ਨਿਊਕਲੀਅਸ ਜਾਂ ਸੈਂਟਰਲ ਸੈੱਲ ਬਣਾ ਲੈਂਦੇ ਆ, ਠੀਕ ਹੈ। ਸੈਕੰਡਰੀ ਨਿਊਕਲੀਅਸ ਆਫ ਸੈਂਟਰਲ ਸੈੱਲ ਬਣਾ ਲੈਂਦੇ ਆ। ਬਚੇ ਹੋਏ 6 'ਤੇ ਸੈਲ ਵਾਲ ਆ ਗਈ, ਉਹ ਸੈੱਲ ਕਨਵਰਟ ਹੋ ਗਏ, ਸੈੱਲ ਬਣ ਗਏ। ਸੈਂਟਰ 'ਚ ਪੋਲਰ ਨਿਊਕਲੀਆਈ, ਪੁਆਇੰਟ ਰਿਪੀਟ ਕਿਉਂ ਹੋਇਆ, ਅੱਗੇ ਚੱਲਦੇ ਆ। ਆਰਗੇਨਾਈਜੇਸ਼ਨ ਆਫ ਸੈਲਸ ਇਨ ਐਮਬਰੀਓ ਸੈਕ। ਸੋ ਆਰਗੇਨਾਈਜੇਸ਼ਨ ਕੀ ਹੋਏਗੀ, ਜਿਹੜੇ ਮਾਈਕਰੋਪਾਈਲਰ ਐਂਡ 'ਤੇ ਗਰੁੱਪ ਹੋ ਗਏ, ਉਹਨਾਂ ਕੋਲ ਇੱਕ ਐਗ ਸੈਲ ਹੋਏਗਾ, ਐਗ ਅਪੈਰੇਟਸ ਜਿਹਨੂੰ ਆਪਾਂ ਕਹਿੰਦੇ ਹਾਂ। ਐਕਚੁਅਲੀ ਵਟ ਇਜ਼ ਐਗ ਅਪੈਰੇਟਸ? ਐਗ apparatus equals to 1 egg cell plus 2 synergids, right? Synergids ਦੇ ਅੰਦਰ ਕੀ ਹੁੰਦੇ ਆ, ਫਿਲੀਫਾਰਮ apparatus, ਠੀਕ ਹੈ। Synergids have special cellular thickenings at the micropylar tip, ਜਿਹਨਾਂ ਨੂੰ ਫਿਲੀਫਾਰਮ apparatus ਕਹਿੰਦੇ ਆ, which guide the pollen tube into the synergid, ਠੀਕ ਹੈ ਜੀ। ਆ ਥੋੜੀ ਡਾਇਗਰਾਮ ਦਿੱਤੀ ਹੋਈ ਹੈ। ਸੋ 3 cells are grouped at the chalazo end, ਜਿਹਨੂੰ ਐਂਟੀਪੋਡਲ ਕਹਿੰਦੇ ਆ। ਦ ਲਾਰਜ ਸੈਂਟਰਲ ਸੈਲ ਜਿਹਦੇ ਕੋਲ 2 ਪੋਲਰ ਨਿਊਕਲੀਆਈ ਸੀਗੇ, ਉਹ ਬਿਲੋ ਦ ਐਗ apparatus ਰਹਿੰਦਾ ਹੈ। ਹੁਣ ਤੁਸੀਂ ਕਹੋਗੇ ਮੈਮ ਐਗ apparatus ਤਾਂ ਸੀਗਾ ਸਿਨਰਜਿਡ ਔਰ ਐਗ ਸੈਲ ਦੇ ਨਾਲ, ਇਹ ਤਾਂ ਇਹਦੇ ਬਿਲੋ ਤਾਂ ਹੋਇਆ ਹੀ ਨਹੀਂ। ਐਕਚੁਅਲੀ ਡਾਇਗਰਾਮ ਆਪਾਂ ਇੱਧਰ ਨੂੰ ਵੀ ਬਣਾ ਸਕਦੇ ਹਾਂ ਨਾ, ਡਿਪੈਂਡਿੰਗ ਔਨ ਵਿਚ ਟਾਈਪ ਆਫ ਓਵਿਊਲ ਵੀ ਆਰ ਯੂਜ਼ਿੰਗ, ਐਨਾਟ੍ਰੋਪਸ ਜਾਂ ਆਰਥੋਟ੍ਰੋਪਸ। ਸੋ ਇਹ ਤੁਸੀਂ ਬਸ ਡਾਇਰੈਕਟ ਯਾਦ ਰੱਖ ਲਓ। ਡਾਇਗਰਾਮ ਔਰ ਥਿਓਰੀ 'ਚ ਕਨਫਿਊਜ਼ਨ ਆਏਗਾ, ਬਿਕੋਜ਼ ਡਾਇਗਰਾਮ ਕਿਸੇ ਹੋਰ ਟਾਈਪ ਆਫ ਓਵਿਊਲ ਦੇ ਹਿਸਾਬ ਨਾਲ ਦਿੱਤੀ ਹੋਈ ਹੈ, ਐਂਡ ਜੋ ਆਪਣੀ ਥਿਓਰੀ ਆ ਉਹ ਅਲੱਗ ਓਵਿਊਲ ਦੇ ਹਿਸਾਬ ਨਾਲ ਦਿੱਤੀ ਹੋਈ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਟਿਪੀਕਲ ਐਂਜੀਓਸਪਰਮ ਦਾ ਜੋ ਐਮਬਰੀਓ ਸੈਕ ਐਟ ਮੈਚੁਰਿਟੀ, ਉਹ 'ਚ 8 ਨਿਊਕਲੀਅਸ ਹੁੰਦੇ ਆ, ਲੇਕਿਨ ਸੈੱਲ 7 ਹੀ ਹੁੰਦੇ ਆ, ਠੀਕ ਹੈ ਜੀ। ਆਈ ਹੋਪ ਅੱਜ ਦੇ ਲੈਕਚਰ ਲਈ ਇੰਨਾ ਬਹੁਤ ਹੈ, 40 ਮਿੰਟਸ ਦਾ ਲੈਕਚਰ ਹੋ ਚੁੱਕਿਆ ਹੈ। ਸੋ ਆਈ ਹੋਪ ਤੁਹਾਨੂੰ ਜਿੰਨਾ ਸਮਝਾਇਆ ਸਮਝ ਆਇਆ ਹੋਏਗਾ। ਵੀਡੀਓ ਵਧੀਆ ਲੱਗੀ ਹੋਏਗੀ, ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।